ਇਹ ਚਾਲ ਸਮੇਂ ਦੀ ਕਹਿੰਦੀ ਏ ਕੋਈ ਆਪਾਂ ਵੀ ਵੱਲ ਛਲ ਕਰੀਏ। ਇਹ ਚਾਲ ਸਮੇਂ ਦੀ ਕਹਿੰਦੀ ਏ ਕੋਈ ਆਪਾਂ ਵੀ ਵੱਲ ਛਲ ਕਰੀਏ, ਪਰ ਦਿਲ ਚੰਦਰਾ ਇਹ ਆਖਦਾ ਏ ਕੋਈ ਬੰਦਿਆਂ ਵਾਲੀ ਗੱਲ ਕਰੀਏ। ਜੇ ਹਾਲੇ ਮਨੁੱਖਤਾ ਜਿਉਂਦੀ ਹੈ ਕੁਝ ਬਰਕਤਾਂ ਨੇ ਈਮਾਨ ਦੀਆਂ, ਇਹ ਬੇਈਮਾਨਤਾ ਚਾਹੁੰਦੇ ਨੇ ਹਰ ਪਾਸੇ ਹੀ ਜਲ ਥਲ ਕਰੀਏ, ਹਰ ਪਾਸੇ ਹੀ ਜਲ ਥਲ ਕਰੀਏ। ਇਹ ਬਹੁਤ ਹੀ ਵਧੀਆ ਕਵਿਤਾ ਹੈ ਜੀ ਐਸ ਅਸ਼ੋਕ ਭੌਰਾ ਜੀ ਦੀ, ਗੂੰਗੀ ਦੇ ਵੈਣ। ਉਹਦੇ ਵਿੱਚੋਂ 4 ਲਾਈਨਾਂ ਪੜ੍ਹੀਆਂ। ਕਵਿਤਾ ਮੈਂ ਪੂਰੀ ਪੜ੍ਹਨੀ ਚਾਹੁੰਦਾ ਸੀ ਪਰ ਪ੍ਰੋਗਰਾਮ ਥੋੜ੍ਹਾ ਜਿਹਾ ਪਹਿਲਾਂ ਹੀ ਲੇਟ ਹੈ, ਅਤੇ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ ਹੈ, ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਕਵਿਤਾ ਅੱਜ ਮੈਂ ਪੜ੍ਹੀ ਹੈ ਭੌਰਾ ਸਾਹਿਬ ਦੀ ਇਸ ਕਰਕੇ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਨੇ ਐਸ ਅਸ਼ੋਕ ਭੌਰਾ ਜੀ, ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਔਰ ਲਾਈਵ ਕਾਲਾਂ ਦੇ ਵਿੱਚ ਵੀ ਅਕਸਰ ਉਹਨਾਂ ਦਾ ਜ਼ਿਕਰ ਕਰਦੇ ਰਹਿੰਦੇ ਹੋ, ਪੁੱਛਦੇ ਹੋ। ਅੱਜ ਇੱਕ ਤਾਂ ਇਹ ਵੀ ਕਾਰਨ ਹੈ, ਵੈਸੇ ਤਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਕਵਿਤਾਵਾਂ ਨਾਲ ਜਾਂ ਉਹਨਾਂ ਦੀਆਂ ਲਾਈਨਾਂ ਨਾਲ ਸ਼ੁਰੂਆਤ ਕਰੀ ਦੀ ਹੈ, ਪਰ ਅੱਜ ਉਹ ਸਾਡੇ ਸਟੂਡੀਓ ਦੇ ਵਿੱਚ ਵੀ ਆਏ ਨੇ, ਬੜੀ ਮਾਣ ਵਾਲੀ ਗੱਲ ਹੈ। ਅਤੇ ਨਾਲ ਦੀ ਨਾਲ ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਪਰਸੋਂ ਅਸੀਂ ਅਨਾਊਂਸਮੈਂਟ ਕੀਤੀ ਸੀਗੀ ਸੁਰਿੰਦਰ ਸ਼ਿੰਦਾ ਜੀ ਦੀ। ਬਹੁਤ ਸਾਰੇ ਦਰਸ਼ਕ ਚਾਹੁੰਦੇ ਸੀ 2 ਸ਼ਬਦ ਕਰਨੇ, ਸਾਂਝੇ ਕਰਨੇ ਸੁਰਿੰਦਰ ਸ਼ਿੰਦਾ ਜੀ ਬਾਰੇ। ਸੋ ਅੱਜ ਦਾ ਪ੍ਰੋਗਰਾਮ ਸਾਡਾ ਸਾਰਾ ਸਮਰਪਿਤ ਰਹੇਗਾ ਜੀ ਸੁਰਿੰਦਰ ਸ਼ਿੰਦਾ ਜੀ ਨੂੰ। ਅਸੀਂ ਉਹਨਾਂ ਦੀਆਂ ਗੱਲਾਂ ਕਰਾਂਗੇ, ਉਹਨਾਂ ਦੇ ਜਿਹੜੀਆਂ ਹੋਰ ਕੋਈ ਗਾਣੇ ਹੈਗੇ ਨੇ, ਇੱਕ ਉਹ ਯਾਦਾਂ ਜਿਹੜੀਆਂ ਸਾਡੇ ਸ਼ਾਇਦ ਦਰਸ਼ਕਾਂ ਨੂੰ ਪਤਾ ਹੀ ਨਹੀਂ ਹੋਣਗੀਆਂ, ਕਿਉਂਕਿ ਐਸ ਅਸ਼ੋਕ ਭੌਰਾ ਸਾਹਿਬ ਇਕੱਲੇ ਸੁਰਿੰਦਰ ਸ਼ਿੰਦਾ ਜੀ ਨਾਲ ਹੀ ਨਹੀਂ, ਪੰਜਾਬ ਦੇ ਹਰ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਕਲਾਕਾਰ ਦੇ ਐਨ ਬਿਲਕੁਲ ਦਿਲ ਦੇ ਨੇੜਿਓਂ ਸੀਗੇ ਔਰ ਬਹੁਤ ਸਾਰੀ ਜਾਣਕਾਰੀ ਉਹਨਾਂ ਦੀ ਰੱਖਦੇ ਨੇ। ਅਤੇ ਪਹਿਲਾਂ ਸਵਾਗਤ ਕਰ ਦਿੰਦੇ ਹਾਂ ਜੀ ਐਸ ਅਸ਼ੋਕ ਭੌਰਾ ਸਾਹਿਬ ਦਾ। ਭੌਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ, ਤੁਹਾਡਾ ਧੰਨਵਾਦ ਜੀ, ਤੁਸੀਂ ਅੱਜ ਟਾਈਮ ਕੱਢਿਆ ਜੀ। ਜੱਗੀ ਜੀ ਤੁਹਾਡਾ ਵੀ ਅਤੇ ਜਸ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿਲੋਂ ਸਵਾਗਤ ਕਰਦਾ, ਜੀ ਆਇਆਂ ਨੂੰ ਆਖਦਾ ਹੈ ਕਿ ਕਿੰਨੇ ਚਿਰ ਬਾਅਦ ਅੱਜ ਜਸ ਪੰਜਾਬੀ ਜਰੀਏ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ। ਔਰ ਉਸ ਤੋਂ ਵੀ ਬਹੁਤ ਜਿਹੜੀ ਦੁਖਾਂਤਕ ਗੱਲ ਹੈਗੀ ਆ ਕਿ ਬੜੇ ਉਦਾਸ ਮਾਹੌਲ 'ਚ ਅੱਜ ਗੱਲਾਂ ਕਰਨ ਦਾ ਜਿਹੜਾ ਮਾਹੌਲ ਸਿਰਜਿਆ ਗਿਆ। ਸੁਰਿੰਦਰ ਸ਼ਿੰਦਾ ਹੋਰਾਂ ਦੀ ਗੱਲ ਕਰਾਂਗੇ। ਬਿਲਕੁਲ ਭੌਰਾ ਸਾਹਿਬ, ਵੈਸੇ ਅਕਸਰ ਜ਼ਿਕਰ ਕਰਦੇ ਰਹੀਦਾ। ਅਗਰ ਅਸੀਂ ਐਸ ਅਸ਼ੋਕ ਭੌਰਾ ਜੀ ਦੀ ਗੱਲ ਕਰੀਏ ਤਾਂ ਉਹਨਾਂ ਨਾਲ ਚਾਹੇ ਅਸੀਂ ਕਿਸੇ ਵੀ ਕਲਾਕਾਰ ਦੀ ਗੱਲ ਕਰ ਲਈਏ, ਚਾਹੇ ਐਂਟਰਟੇਨਮੈਂਟ ਦੀ ਗੱਲ ਕਰ ਲਈਏ, ਚਾਹੇ ਪੋਲੀਟੀਕਲ ਗੱਲ ਕਰ ਲਈਏ, ਚਾਹੇ ਸਮਾਜ ਦੀ ਗੱਲ ਕਰ ਲਈਏ, ਚਾਹੇ ਖੇਡਾਂ ਦੀ ਗੱਲ ਕਰ ਲਈਏ, ਚਾਹੇ ਅਮਰੀਕਨ ਰਾਜਨੀਤੀ ਦੀ ਗੱਲ ਕਰੀਏ, ਹਰ ਫੀਲਡ ਦੇ ਵਿੱਚ ਤੁਹਾਡੀ ਪਕੜ ਪੂਰੀ ਹੈਗੀ ਆ। ਸੋ ਅੱਜ ਸੁਰਿੰਦਰ ਸ਼ਿੰਦਾ ਜੀ ਦਾ ਇੱਕ ਪਹਿਲੇ 15 ਤਰੀਕ ਦੇ ਨੇੜੇ ਮੇਰੇ ਪਹਿਲਾਂ ਅਫਵਾਹ ਉੱਡੀ ਸੀਗੀ ਕਿ ਉਦੋਂ ਕਾਫੀ ਅਫਵਾਹ ਉੱਡੀ ਸੀਗੀ, ਅਤੇ ਉਹ ਹੁਣ ਚਲੋ ਇਸੇ ਤਰ੍ਹਾਂ ਮੇਹਰ ਮਿੱਤਲ ਸਾਹਿਬ ਦੀ ਪਹਿਲਾਂ ਅਫਵਾਹ ਉੱਡੀ ਸੀ, ਥੋੜ੍ਹੇ ਦਿਨਾਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀਗੀ। ਅਤੇ ਸੁਰਿੰਦਰ ਸ਼ਿੰਦਾ ਜੀ ਦਾ ਜਿਹੜਾ ਪਹਿਲਾਂ ਤਾਂ ਅਸੀਂ ਇਹੀ ਜ਼ਿਕਰ ਕਰ ਲਈਏ ਜੀ, ਉਹ ਬਹੁਤ ਰਿਸਟ ਪੁਸਟ ਜਿਹਨੂੰ ਅਸੀਂ ਕਹਿੰਦੇ, ਬਹੁਤ ਫਿੱਟ, ਹੈਲਦੀ, ਪੂਰੇ ਹੌਸਲੇ ਵਾਲੇ ਉਹ ਸੀਗੇ। ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ, ਅਤੇ ਕੀ ਕਾਰਨ ਰਿਹਾ ਜੀ ਜਿਹੜਾ ਹੁਣ ਆਖਰੀ ਸਮਾਂ ਉਹਨਾਂ 'ਤੇ ਆਇਆ ਇਸ ਤਰ੍ਹਾਂ ਦਾ, ਅਤੇ ਉਹਦੇ ਕੀ ਕਾਰਨ ਰਹੇ ਆ ਤੁਹਾਡੇ ਹਿਸਾਬ ਨਾਲ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਕਿ ਇਹ ਜਹਾਨ ਜਿਹੜਾ ਹੈ ਇਹ ਸਿਰਫ ਆਉਣ ਲਈ ਨਹੀਂ, ਜਾਣ ਲਈ ਵੀ ਹੈ ਜੀ। ਇਹ ਫਾਰਮੂਲਾ ਜਿਹੜਾ ਇਹ ਵਿਧੀ ਵਿਧਾਨ ਕੁਦਰਤ ਦਾ ਸਾਰਿਆਂ 'ਤੇ ਲਾਗੂ ਹੁੰਦਾ ਹੈ। ਅਤੇ ਪਰ ਖਾਸ ਗੱਲ ਜਿਹੜੀ ਦੁੱਖ ਵਾਲੀ ਉਹ ਇਹ ਹੈ ਕਿ ਅਸੀਂ ਇਹ ਆਸ ਨਹੀਂ ਕਰਦੇ ਸੀ ਕਿ ਸ਼ਿੰਦੇ ਹੁਣੀ ਇੱਦਾਂ ਛੇਤੀ ਚਲੇ ਜਾਣਗੇ ਜੀ। ਮੈਂ ਅਕਸਰ ਕਈ ਵਾਰੀ ਗੱਲ ਕਰਦਾ ਸੀਗਾ ਵੀ ਜਸਵੰਤ ਸਿੰਘ ਕਮਲ ਹੋਰਾਂ ਵਾਂਗੂ ਸ਼ਿੰਦੇ ਹੁਣੀ 100 ਨੂੰ ਹੱਥ ਲਾ ਦੇਣਗੇ ਆਸਾਨੀ ਨਾਲ, ਪਰ ਇੱਦਾਂ ਹੋ ਨਹੀਂ ਸਕਿਆ। ਦੇਖੋ, ਜਿਹੜੇ ਨਾ ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਮੌਤ ਬਹਾਨੇ ਲੱਭਦੀ ਆ, ਹੁਣੀ ਜਿਹੜੀ ਆ ਉਹ ਰਾਹ ਘੇਰ ਲੈਂਦੀ ਆ ਜੀ, ਪਰ ਕੁਛ ਇੱਦਾਂ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ ਜਦੋਂ ਹੁਣੀ ਰਾਹ ਘੇਰਦੀ ਆ ਜਾਂ ਹੋਰ ਹੈ। ਕਈ ਵਾਰੀ ਹਾਲਾਤ ਬਣੇ ਹੁੰਦੇ ਨੇ, ਬੰਦਾ 2-4 ਸਾਲ 6 ਮਹੀਨੇ ਬਿਮਾਰ ਹੁੰਦਾ ਲੱਗਦਾ, ਜਾਂ ਪਹਿਲਾਂ ਕੁਛ ਇੱਦਾਂ ਦੇ ਜਿਹੜੇ ਸਿੰਪਟਮ ਆਉਣ ਲੱਗ ਪੈਂਦੇ ਨੇ। ਪਰ ਮੈਂ ਇੱਕ ਤੁਹਾਡੇ ਨਾਲ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈ ਕਿ ਅਸੀਂ ਜਾ ਰਹੇ ਸੀਗੇ ਸਿਆਟਲ ਤੋਂ ਵੈਨਕੂਵਰ ਨੂੰ ਬਾਈ ਰੋਡ ਜੀ, ਅਤੇ ਮੈਂ ਅਕਸਰ ਵੈਸੇ ਦੁਆ ਵੀ ਕਰਦਾ ਰਹਿੰਦਾ ਸੀ ਵੀ ਸ਼ਿੰਦਾ ਜੀ ਸਾਡੇ ਬੈਚ ਦੇ ਅੱਜ ਸਾਰਿਆਂ ਤੋਂ ਰਿਸਟ ਪੁਸ਼ਟ ਹੈਲਦੀ ਨੇ। ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸ਼ਿੰਦਾ ਜੀ ਸਿਹਤ ਦਾ ਕੀ ਰਾਜ ਹੈ ਜੀ? ਉਹਦਾ ਵੀ ਹੱਸ ਪਏ ਵੀ ਰਾਜ ਇਹ ਆ ਵੀ ਅਸੀਂ ਡੈਂਟਿੰਗ ਪੇਂਟਿੰਗ ਚੰਗੀ ਕਰ ਲਈ ਦੀ ਹੈ। ਅੱਛਾ, ਇਸ ਕਰਕੇ ਉਹ ਕਹਿੰਦੇ ਵੀ ਕੋਈ ਨਹੀਂ। ਵੈਸੇ ਵੀ ਤਾਂ ਮੈਂ ਜ਼ਰੂਰ ਗੱਲ ਕਹਾਂਗਾ ਕਿ ਸ਼ਿੰਦਾ ਜੀ ਨਾ ਬਣ ਠਣ ਕੇ ਰਹਿਣਾ, ਚੰਗੇ ਕੱਪੜੇ ਪਾਉਣੇ, ਚੰਗੀ ਜੋ ਵੀ ਮਤਲਬ ਆਪਣੀ ਉਹਨਾਂ ਦੀ ਪਰਸਨੈਲਿਟੀ ਦਾ ਬਹੁਤ ਖਿਆਲ ਰੱਖਦੇ ਸੀ, ਮੈਚਿੰਗ ਕਰਨੀ, ਐਨਕਾਂ ਲਾ ਕੇ ਰੱਖਣੀਆਂ, ਸ਼ੌਕ ਸੀ ਜੀ ਉਹਨਾਂ ਨੂੰ ਪੂਰਾ। ਹਾਂਜੀ, ਜਿਹੜਾ
ਉਹਨਾਂ ਦਾ ਪਹਿਲਾਂ ਤੋਂ ਹੀ ਸੁਭਾਅ ਸੀਗਾ। ਪਰ ਮੈਂ ਵੀ ਜੱਗੀ ਜੀ ਸੁੰਨ ਹੋ ਗਿਆ ਜਦੋਂ ਮੈਂ ਪਹਿਲੀ ਵਾਰੀ ਪੋਸਟ, ਮੈਨੂੰ ਪਤਾ ਨਹੀਂ ਸੀਗਾ ਜੀ ਕਿ ਉਹ ਹਸਪਤਾਲ 'ਚ ਕਿਸੇ ਨੇ ਪਾਤਾ ਵੀ ਵੈਂਟੀਲੇਟਰ 'ਤੇ ਪਏ ਨੇ। ਤੇ ਮੈਂ ਫਟਾਫਟ ਹੀ ਫਿਰ ਸਰਚ ਕਰਨ ਲੱਗਿਆ ਕੀ ਹੋ ਗਿਆ। ਗੱਲ ਅਸਲ 'ਚ ਇਹ ਹੈਗਾ ਕਿ ਮਸ਼ੀਨਰੀ ਆ ਜਿਹੜੀ ਸਾਡੇ ਸਰੀਰ ਦੀ 24 ਘੰਟੇ ਚੱਲਦੀ ਹੈ ਜੀ, ਕਿਸੇ ਵੇਲੇ ਕੋਈ ਵੀ ਨੁਕਸ ਕਿਸੇ 'ਚ ਵੀ ਪੈ ਸਕਦਾ। ਇਸ ਗੱਲ ਪ੍ਰਤੀ ਆਪਾਂ ਨੂੰ ਮਨ ਬਣਾ ਕੇ ਰੱਖਣਾ ਪਊਗਾ। ਬਿਲਕੁਲ ਜੀ। ਦੂਜੀ ਗੱਲ ਕਿ ਜਿਹੜੀ ਉਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਈ ਸੀ, ਕੋਈ ਮਿਹਦੇ ਦੀ ਸੀਗੀ ਜਾਂ ਉਹਦੇ ਕੋਈ ਸਰਜਰੀ ਸਧਾਰਨ ਸੀਗੀ। ਮੈਨੂੰ ਕੋਈ ਦੱਸਦੇ ਸੀ ਸ਼ਾਇਦ ਅਪੈਂਡਿਕਸ ਦੀ ਪ੍ਰੋਬਲਮ ਆਈ। ਅਪੈਂਡਿਕਸ ਦੀ ਸੀ ਨਹੀਂ ਹੁੰਦਾ, ਤੇ ਹੋਰ ਸੀ ਕੋਈ ਮੇਰੇ ਖਿਆਲ 'ਚ ਫੂਡ ਪਾਈਪ 'ਚ ਕੋਈ ਪ੍ਰੋਬਲਮ ਸੀਗੀ, ਤੇ ਉਹਦੇ ਨਾਲ ਜਿਹੜੀ ਹੈਗੀ ਆ ਸਰਜਰੀ ਵੀ ਠੀਕ ਹੋ ਗਈ, ਤੇ ਜਿਹੜਾ ਇਨਫੈਕਸ਼ਨ ਨਹੀਂ ਕੰਟਰੋਲ ਹੋ ਸਕੀ ਜੀ। ਸੋ ਇਸ ਕਰਕੇ ਜਿਹੜਾ ਬਹਾਨਾ ਬਣ ਗਿਆ ਜਿਹਨੂੰ ਆਪਾਂ ਕਹਿੰਦੇ ਆ ਕਿ ਹੋਣੀ ਬਹਾਨੇ ਲੱਭਦੀ ਆ ਜੀ। ਤੇ ਅਸੀਂ ਇਹ ਸਾਡਾ ਜਿਹੜਾ ਮਤਲਬ ਸੋਚ ਸੀ ਉਹ ਟੁੱਟ ਗਈ ਵੀ ਇੱਡੀ ਅਸੀਂ ਤੁਹਾਨੂੰ ਪੁੱਛਦੇ ਹੁੰਦੇ ਸੀ ਵੀ ਸਿਹਤ ਦੇ ਕੀ ਰਾਜ ਹੈ। ਤੇ ਮੈਂ ਇੱਕ ਗੱਲ ਜੱਗੀ ਜੀ ਜਿਹੜਾ ਕਿਉਂਕਿ ਮੈਂ ਕਈ ਵਾਰੀ ਮਨਿੰਦਰ ਹੋਣਾ ਨਾਲ ਕੋਸ਼ਿਸ਼ ਕੀਤੀ ਗੱਲ ਕਰਨ ਦੀ, ਪਰ ਪੋਸੀਬਲ ਨਹੀਂ ਹੋ ਸਕਿਆ ਕਿ ਮੈਂ ਫਿਰ ਅਦਰ ਵੇ ਜਿਹੜਾ ਸੀਗਾ ਦੂਜਾ ਰਸਤਾ ਇਹ ਸੀਗਾ ਕਿ ਮੈਂ ਕਿਸੇ ਸਿੰਗਰ ਨੂੰ ਗੱਲ ਕਰ ਲੈਂਦਾ। ਮੈਂ ਪਾਲੀ ਅਕਸਰ ਜਾਂਦਾ ਹੁੰਦਾ ਸੀਗਾ ਹਸਪਤਾਲ, ਮੈਂ ਪਾਲੀ ਦੇ ਵਾਲਿਆਂ ਨੂੰ ਫੋਨ ਕੀਤਾ ਕਿ ਮੈਨੂੰ ਅਪਡੇਟ ਦਿਓ ਕਿ ਸੱਚ ਕੀ ਹੈ। ਜਿਹੜੀ ਹੌਂਕੇ ਵਾਲੀ ਗੱਲ ਹੈ ਉਹ ਇਹ ਸੀ ਕਿ ਮੈਨੂੰ ਪਾਲੀ ਕਹਿੰਦਾ ਵੀ ਕਹਿਣ ਨੂੰ ਜੀ ਨਹੀਂ ਕਰਦਾ, ਮੈਂ ਨੇੜੇ ਤੋਂ ਦੇਖ ਕੇ ਆਇਆ, ਬੋਲ ਤਾਂ ਸਕਦੇ ਹੀ ਨਹੀਂ, 15 ਕੁ ਦਿਨ ਪੁਰਾਣੀ ਗੱਲ ਹੈ ਜੀ। ਪਰ ਇਹ ਹੈਗਾ ਕਿ ਇੱਡਾ ਸਿਹਤਯਾਬ ਬੰਦਾ, ਇੱਡਾ ਚੰਗਾ ਮਨੁੱਖ ਜਿਹੜਾ ਆ ਉਹ ਮਾਣਕ ਵਾਂਗ ਕਹਿੰਦੇ। ਮਾਣਕ ਤੇ ਸ਼ਿੰਦੇ ਦੀਆਂ ਕਈ ਸਾਂਝੀਆਂ ਗੱਲਾਂ ਸੀ, ਆਪਾਂ ਫਿਰ ਕਰਦੇ ਹਾਂ, ਪਰ ਉਹ ਕਹਿੰਦੇ ਵੀ ਜਿਵੇਂ ਮਾਣਕ ਇੱਕ ਮੁੱਠੀ ਕੁ ਦਾ ਰਹਿ ਗਿਆ ਸੀ ਮੌਤ ਤੋਂ ਪਹਿਲਾਂ। ਸੁਰਿੰਦਰ ਸ਼ਿੰਦਾ ਦਾ ਵੀ ਆਪਾਂ ਕੋਈ ਤਸਵੀਰਾਂ ਵੀ ਇੱਕ ਦੋ ਵਾਇਰਲ ਹੋ ਗਈਆਂ, ਮੈਂ ਮਨਿੰਦਰ ਨੂੰ ਕਿਹਾ ਸੀ ਵੀ ਇਹ ਨਾ ਹੋਣ ਦਿਓ, ਵੀ ਕੰਟਰੋਲ ਕਰੋ, ਕੋਈ ਫੋਟੋ ਨਾ ਖਿੱਚੇ, ਕਿਉਂਕਿ ਉਹ ਦੇਖ ਕੇ ਜਿਹੜੇ ਸ਼ਿੰਦਾ ਜੀ ਨੂੰ ਪਿਆਰ ਕਰਦੇ ਸੀ ਹੌਲ ਪੈਂਦਾ ਸੀ। ਪਰ ਪਾਲੀ ਮੈਨੂੰ ਕਹਿੰਦਾ ਵੀ ਸ਼ਿੰਦਾ ਜੀ ਮੁੱਠੀ ਕੁ ਦੇ ਰਹਿ ਗਏ, ਹੁਣ ਉਹ ਸ਼ਿੰਦਾ ਲੱਗਦਾ ਨਹੀਂ ਜਿਹੜਾ ਸ਼ਿੰਦਾ ਸੀਗਾ। ਸੋ ਇਸ ਕਰਕੇ ਪੰਜਾਬੀ ਗਾਇਕੀ 'ਚ ਇੱਕ ਯੁੱਗ, ਇੱਕ ਐਸੀ ਆਵਾਜ਼ ਜਿਹੜੀ ਆ ਉਹ ਰਹੀ ਆ। ਮੈਂ ਅਕਸਰ ਕਹਿੰਦਾ ਕਿ ਸੁਰਿੰਦਰ ਸ਼ਿੰਦੇ ਤੋਂ ਪਹਿਲਾਂ ਪੰਜਾਬੀ ਗੀਤ ਸੰਗੀਤ ਦੇ ਵਿਹੜੇ 'ਚ ਨਾ ਕੋਈ ਸੁਰਿੰਦਰ ਸ਼ਿੰਦਾ ਸੀ, ਤੇ ਨਾ ਹੀ ਸੁਰਿੰਦਰ ਸ਼ਿੰਦੇ ਤੋਂ ਬਾਅਦ ਕੋਈ ਸ਼ਿੰਦਾ ਪੈਦਾ ਹੋਏਗਾ। ਸ਼ਿੰਦਾ ਇੱਕ ਸੀ, ਸ਼ਿੰਦਾ ਇੱਕ ਰਹੇਗਾ, ਤੇ ਇੱਕ ਸ਼ਿੰਦੇ ਦੇ ਅੰਦਰ ਕਲਾ ਦੇ ਕਈ ਸ਼ਿੰਦੇ ਸੀ। ਬਿਲਕੁਲ ਭੋਰਾ ਸਾਹਿਬ, ਔਰ ਬਹੁਤ ਸਾਰੇ ਲੋਕ ਮਿਲੇ ਹੋਣਗੇ ਜੀ ਤਕਰੀਬਨ ਉਹਨਾਂ ਨੂੰ। ਚਲੋ ਤੁਹਾਡਾ ਤਾਂ ਬਹੁਤ ਜ਼ਿਆਦਾ ਵਾਹ ਵਾਸਤਾ ਰਿਹਾ, ਸਾਡਾ ਵੀ ਥੋੜ੍ਹਾ ਬਹੁਤ ਰਿਹਾ ਜਦੋਂ ਪ੍ਰੋਗਰਾਮ ਵਗੈਰਾ 'ਤੇ ਇਕੱਠੇ ਹੁੰਦੇ ਸੀਗੇ। ਤੇ ਦੂਜੀ ਚੀਜ਼ ਜਿਹੜੀ ਉਹਨਾਂ ਦੇ ਵਿੱਚ ਸੀ ਖਾਸ ਤੌਰ 'ਤੇ ਜਦੋਂ ਮਾਨਕ ਸਾਹਿਬ ਤੇ ਸ਼ਿੰਦਾ ਜੀ ਇਕੱਠੇ ਹੁੰਦੇ ਸੀਗੇ, ਉਦੋਂ ਤਾਂ ਮਹਿਫਲ ਹੱਦ ਹੀ ਹੁੰਦੀ ਸੀ। ਉਹ ਇੱਕ ਅੱਧੀ ਵਾਰੀ ਸਾਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ। ਤੇ ਦੂਜੀ ਜਿਹੜੀ ਗੱਲ ਮੈਂ ਕਰਨ ਲੱਗਾ ਸੀ, ਉਹ ਸੁਰਿੰਦਰ ਸ਼ਿੰਦਾ ਜੀ ਦਾ ਸੁਭਾਅ ਵੀ ਬਹੁਤ ਵਧੀਆ ਸੀ। ਮਤਲਬ ਸੁਭਾਅ ਇਸ ਪੱਖੋਂ ਤਾਂ ਵਧੀਆ ਚਲੋ ਹੈ ਹੀ ਸੀ, ਇਹ ਜਿਹੜੇ ਮਜ਼ਾਹੀਆ ਪੱਖੋਂ ਕਿ ਮੈਂ ਜਦੋਂ ਨਾ ਮੇਰੀ ਸੁਰਿੰਦਰ ਸ਼ਿੰਦਾ ਜੀ ਨਾਲ ਉਹਨਾਂ ਦਿਨਾਂ ਦੀ ਨੇੜਤਾ, ਜਦੋਂ ਮੈਂ ਡਿੱਗੀ ਤਿਲਕ ਕੇ ਗੀਤ ਆਏ, ਮੇਰੀ ਅਸਲ 'ਚ ਭੰਵਰਾ ਸਾਹਿਬ ਨਾਲ ਵੀ ਬਹੁਤ ਨੇੜਤਾ ਸੀ ਜੀ, ਜਿਹੜੇ ਇਹਨਾਂ ਦੇ ਉਸਤਾਦ ਸੀਗੇ। ਤੇ ਜਿਹੜੇ ਮੈਂ ਡਿੱਗੀ ਤਿਲਕ ਅਮਰ ਸਿੰਘ ਚਮਕੀਲੇ ਦਾ ਲਿਖਿਆ ਗੀਤ ਸੀਗਾ ਜੀ। ਚਮਕੀਲੇ ਨੂੰ ਸਿਰਫ ਨਾ ਉਹ ਸ਼ਾਗਿਰਦ ਕਲਾ ਸੀਗਾ ਸੁਰਿੰਦਰ ਸ਼ਿੰਦੇ ਦਾ, ਉਹਨੂੰ ਇੰਟਰੋਡਿਊਸ ਕਰਾਉਣ 'ਚ, ਉਹਨੂੰ ਆਪਣੇ ਪ੍ਰੋਗਰਾਮਾਂ 'ਚ ਨਾਲ ਲਿਜਾਣ ਪਿੱਛੇ ਸ਼ਿੰਦੇ ਦਾ ਬਹੁਤ ਯੋਗਦਾਨ ਸੀਗਾ ਜੀ। ਹੋਇਆ ਇਹ ਕਿ ਸ਼ਿੰਦੇ ਅਸਲ 'ਚ ਜਿਹੜੀ ਪਹਿਲਾਂ ਭੰਵਰਾ ਸਾਹਿਬ ਦੱਸ ਦਿੰਦੇ ਸੀ ਵੀ ਸੁਰਿੰਦਰ ਸ਼ਿੰਦੇ ਦੀ ਜਿਹੜੀ ਮੇਨ ਉਹਦਾ ਸੀਗਾ ਨਾ ਸ਼ੌਕ ਵੀ ਮੈਂ ਦੁਗਾਣਿਆਂ 'ਚ ਐਸਟੈਬਲਿਸ਼ ਹੋਵਾਂ, ਕਿਉਂਕਿ ਦੁਗਾਣਿਆਂ 'ਚ ਉਹਨਾਂ ਦੀ ਨਾ ਗ੍ਰਾਮ ਵੌਇਸ ਬੇਸ ਬਹੁਤ ਵਧੀਆ ਸੀਗਾ। ਤੇ ਦੁਗਾਣੇ ਜਿੰਨੇ ਵੀ ਗਾਏ, ਜੇ ਤੁਸੀਂ ਸੁਣੋਗੇ ਧਿਆਨ ਨਾਲ ਤੇ ਤੁਹਾਨੂੰ ਲੱਗੇਗਾ ਕਿ ਸ਼ਿੰਦੇ ਵਰਗੇ ਗਾਣੇ ਦੁਗਾਣੇ ਵੀ ਨਹੀਂ ਕੋਈ ਗਾ ਸਕਦਾ। ਬਿਲਕੁਲ ਹਾਂਜੀ। ਪਰ ਜਦੋਂ ਉੱਚਾ ਬੁਰਜ ਲਾਹੌਰ ਦਾ ਮੈਂ ਖੜੀ ਸਕਾਵਾਂ ਕੇਸ ਹੈ ਨਾ, ਜਦੋਂ ਤੀਆਂ ਲੌਂਗੋਵਾਲ ਦੀਆਂ ਆਇਆ, ਦੋ ਊਟਾਂ ਵਾਲੇ ਨੇ ਲੁੱਟ ਕੇ ਸੇਜ ਸੱਸੀ ਦੀ ਲੱਗ ਗਈ, ਹੀਰ ਦੀ ਕਲੀ ਆ ਗਈ, ਜਦੋਂ ਇੱਕ ਇਹ ਯੁੱਗ ਆਇਆ ਤਾਂ ਇਹ ਲੱਗਾ ਕਿ ਇੱਕ ਸੁਰਿੰਦਰ ਸ਼ਿੰਦੇ 'ਚ ਜਿਹੜੀ ਸੁਰੀਲੀ ਸੁਰ ਜਿਹੜੀ ਹੈ ਥੱਲੇ ਦੁਗਾਣੇ ਵਾਲੀ ਨਹੀਂ, ਉੱਚੀ ਸੁਰ ਵੀ ਬਹੁਤ ਹੈ ਜੀ। ਮਤਲਬ ਇੱਕ ਦੋ ਕਲਾਵਾਂ ਸੁਰਿੰਦਰ ਸ਼ਿੰਦੇ 'ਚ ਇੱਕੋ ਵੇਲੇ ਦੇਖਣ ਨੂੰ ਮਿਲ ਗਈਆਂ। ਫਿਰ ਇੱਕ ਐਸਾ ਇੱਕ ਰੰਗਮੰਚ ਵੱਜਿਆ ਕਿ ਕੁਲਦੀਪ ਮਾਨਕ ਥੋੜ੍ਹੇ ਜਿਹੇ ਸੀਨੀਅਰ ਆਰਟਿਸਟ ਸੀ ਸੁਰਿੰਦਰ ਸ਼ਿੰਦਾ ਹੁਣਾਂ ਤੋਂ, ਤੇ ਉਹਨਾਂ ਦਾ ਲੋਕ ਗਥਾਵਾਂ 'ਚ ਜਾਂ ਕਲੀਆਂ ਗਾਉਣ 'ਚ, ਕਿੱਸਾ ਕਾਵਿ ਨੂੰ ਪਰ ਮੁੜ ਕੇ ਸੁਰਜੀਤ ਕਰਨ 'ਚ ਬਹੁਤ ਵੱਡਾ ਯੋਗਦਾਨ ਸੀ। ਪਰ ਇਸ ਯੋਗਦਾਨ 'ਚ ਜੋ ਸੁਰਿੰਦਰ ਸ਼ਿੰਦਾ ਹੋਰਾਂ ਦੀ ਕੰਟਰੀਬਿਊਸ਼ਨ ਹੈ ਉਹ ਵੀ ਇੱਕ ਇਤਿਹਾਸ ਬਣੀ ਹੈ। ਸ਼ਾਇਦ ਇਸ ਇਤਿਹਾਸ ਨੂੰ ਕਦੇ ਪੰਜਾਬੀ ਗੀਤ ਸੰਗੀਤ 'ਚੋਂ ਮਨਫੀ ਨਹੀਂ ਕੀਤਾ ਜਾ ਸਕਦਾ ਜੀ। ਗੱਲ ਅੱਜ ਸੁਰਿੰਦਰ ਸ਼ਿੰਦਾ ਜੀ ਦੀ ਚੱਲ ਰਹੀ ਹੈ,
ਅਸ਼ੋਕ ਭੌਰਾ ਜੀ ਸਟੂਡੀਓ ਦੇ ਵਿੱਚ ਨਾਲ ਨੇ। ਤੁਸੀਂ ਵੀ ਦੋ ਸ਼ਬਦ ਅਗਰ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕ ਤਾਂ ਜ਼ਰੂਰ ਕਰ ਸਕਦੇ। ਕਾਲਾਂ ਆਈਆਂ ਹੋਈਆਂ, ਇੱਕ ਸਵਾਲ ਤੋਂ ਬਾਅਦ ਅਸੀਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਤਾਂ ਜ਼ਰੂਰ ਤੁਸੀਂ ਕਾਲ ਕਰਕੇ ਆਪਣੇ ਦੋ ਬੋਲ ਜਿਹੜੇ ਆ ਉਹ ਦਰਜ ਕਰਾ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ। ਜੀ ਭੌਰਾ ਸਾਹਿਬ ਜੀ, ਸੁਰਿੰਦਰ ਸ਼ਿੰਦਾ ਜੀ ਦੀ ਅਗਰ ਗੱਲ ਕਰੀਏ ਤੇ ਉਹ ਤੁਸੀਂ ਕਿਹਾ ਵੀ ਬਹੁਤ ਸਾਰੇ ਸ਼ਿੰਦੇ ਸੀ ਉਹਦੇ 'ਚ, ਤੇ ਵੈਸੇ ਵੀ ਬਿਲਕੁਲ ਇੱਕ ਵਿਲੱਖਣ ਸ਼ਖਸੀਅਤ ਦੇ ਮਾਲਕ ਅਸੀਂ ਕਹਿ ਸਕਦੇ ਹੋ ਸੀਗੇ। ਤੇ ਕੀ ਮਹਿਸੂਸ ਕਰਦੇ ਹੋ ਕਿਹੜੇ ਕਿਹੜੇ ਸ਼ਿੰਦੇ ਸੀ ਸੁਰਿੰਦਰ ਸ਼ਿੰਦਾ ਦੇ ਵਿੱਚ, ਜਾਂ ਕਿਵੇਂ ਉਹਨਾਂ ਨੂੰ ਅਸੀਂ ਇਹ ਕਹਿ ਸਕਦੇ ਵੀ ਦੂਜੇ ਕਲਾਕਾਰਾਂ ਨਾਲੋਂ ਵੱਖਰੇ ਆ? ਦੇਖੋ ਪਹਿਲਾਂ ਤਾਂ ਮੈਂ ਜਿਹੜੇ ਦੋ ਰੰਗ ਦੱਸ ਕੇ ਗਿਆ ਕਿ ਉਹ ਦੁਗਾਣਿਆਂ 'ਚ, ਹਾਂਜੀ, ਜਿਸ ਦੁਗਾਣੇ 'ਚ ਨਾ ਮੈਂ ਡਿੱਗੀ ਤੇ ਲੱਗੇ ਸੱਸੇ ਤੋੜਦੇ, ਹਾਂਜੀ, ਅੱਸੂ ਦੇ ਮਹੀਨੇ ਵਿੱਚ ਛੁੱਟੀ ਆਏ ਫੌਜੀ ਆਵੇ ਜੀ, ਰੱਖ ਲੈ ਕਲਿੰਦਰ ਜਾਰਾ, ਮੈਨੂੰ ਕਹਿੰਦਾ ਲਾਣੇਦਾਰ ਨਹੀਂ ਹੈ ਜੀ, ਬਹੁਤ ਸਾਰੇ, ਜਨ ਚੜੀ ਅਮਲੀ ਜੀ, ਇੱਦਾਂ ਦੇ ਗੀਤ ਹੈ ਜਿਹੜੇ ਹੁਣ ਤੱਕ ਸਾਰੇ ਯਾਦ ਨੇ। ਜੀ, HMB ਰਾਈਟਸ ਜਿਹੜਾ ਉਹਨਾਂ ਦਾ ਗੀਤ ਸੀ ਬੱਦਲਾਂ ਨੂੰ ਪੁੱਛ ਕੋਰੀਏ ਨਿਤ ਘਰ ਦਾ ਸੁਨੇਹੇ ਮੈਂ ਹਜ਼ਾਰ, ਉਹ ਬੜਾ ਮਤਲਬ ਉਸ LP ਡਿਸਕ ਦਾ ਸਭ ਤੋਂ ਪਪੂਲਰ ਦੁਗਾਣਾ ਸੀਗਾ ਜੀ। ਇੱਕ ਦੁਗਾਣਿਆਂ ਦਾ, ਇੱਕ ਲੋਕ ਗਥਾਵਾਂ ਦਾ ਰੰਗ ਸੀਗਾ। ਤੀਜੀ ਗੱਲ ਜਿਹੜੀ ਖਾਸ ਇਹ ਸੀਗੀ ਸੁਰਿੰਦਰ ਸ਼ਿੰਦੇ 'ਚ ਕਿ ਜਦੋਂ ਪੁੱਤ ਮਾਹੀ ਮੁੰਡਾ ਫਿਲਮ ਹੋ ਗਈ, ਜਗਜੀਤ ਨੇ ਫਿਲਮ ਦਾ ਜਿਹੜਾ ਪੁੱਤ ਜੱਟਾਂ ਦੇ ਬਣਾਉਣ ਦਾ ਐਲਾਨ ਕੀਤਾ ਤੇ ਉਹਦੇ 'ਚ ਬਹੁਤੀ ਕੰਟਰੀਬਿਊਸ਼ਨ, ਕਿਉਂਕਿ ਸੁਰਿੰਦਰ ਸ਼ਿੰਦੇ ਦੀ ਉਹ ਦਿਨ ਜਿਹੜੇ ਸੀਗੇ ਉਹ ਸਿਖਰ ਸੀ, ਬਿਲਕੁਲ ਉਹ ਸਿਖਰ ਸੀਗੇ। ਤੇ ਇਸ ਪੁੱਤ ਜੱਟੇ ਦਾ ਮਿਊਜ਼ਿਕ ਸੁਰਿੰਦਰ ਸ਼ਿੰਦੇ ਨੇ ਦਿੱਤਾ, ਜੀ, ਵਿੱਚ ਕੰਮ ਕੀਤਾ। ਤੇ ਜਿਹੜਾ ਗੀਤ ਸੀਗਾ ਕਿ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਮੋਢਿਆਂ ਤੇ ਡਾਂਗਾਂ ਧਾਰੀਆਂ, ਜੀ, ਮਤਲਬ ਇੱਕ ਐਸਾ ਗੀਤ ਸੀਗਾ ਜਿਹੜਾ ਨੌਨ ਪੰਜਾਬੀ ਲੋਕਾਂ 'ਚ ਵੀ ਵੱਜਿਆ। ਜੀ, ਇੱਕ ਸ਼ਿੰਦਾ ਜਿਹੜਾ ਸੀ ਫਿਲਮਾਂ 'ਚ ਸਫਲ ਹੋ ਗਿਆ। ਹਰਪਾਲ ਟਵਾਣੇ ਹੁਣੀ ਕਈ ਵਾਰੀ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜਾ ਸੁਰਿੰਦਰ ਸ਼ਿੰਦੇ ਨੇ ਦੇ, ਜੇ ਤੁਸੀਂ ਆਪ ਵੀ ਦੇਖੋਗੇ ਜਿਹੜਾ ਉੱਚਾ ਦਰ ਬਾਬੇ ਨਾਨਕ ਦਾ ਸ਼ਿੰਦੇ ਨੇ ਕੰਮ ਕੀਤਾ ਨਾ, ਜੱਗੀ ਜੀ ਉਹ ਕਹਿੰਦੇ, ਹਰਪਾਲ ਟਵਾਣੇ ਨੇ ਕਈ ਵਾਰੀ ਕਿਹਾ ਕਿ ਸ਼ਿੰਦਾ ਜਦੋਂ ਕਈ ਵਾਰੀ ਅਸੀਂ ਐਕਟਿੰਗ 'ਚ ਦੇਖਦੇ ਹਾਂ, ਚਾਹੇ ਉਹ ਖਲਨਾਇਕੀ ਦਾ ਪੱਖ ਕਰੇ ਚਾਹੇ ਹੋਰ ਕਰੇ, ਤੇ ਜਿਵੇਂ ਕਿਸੇ ਚੰਗੇ ਡਰਾਮਾ ਕਾਲਜ ਦਾ, ਡਰਾਮਾ ਇੰਸਟੀਚਿਊਟ ਦਾ ਸੁਰਿੰਦਰ ਸ਼ਿੰਦਾ ਪੜ੍ਹਿਆ ਹੋ। ਜੀ, ਇੱਕ ਇਹ ਰੰਗ ਸੀ ਉਹਨਾਂ ਦਾ। ਦੂਜਾ ਜਿਹੜਾ ਖਾਸ ਰੰਗ ਇਹ ਸੀਗਾ ਕਿ ਸੁਰਿੰਦਰ ਸ਼ਿੰਦੇ ਦੀ ਡਾਇਲੌਗ ਡਿਲੀਵਰੀ ਜਿਹੜੀ ਸੀ, ਬਿਲਕੁਲ ਉਹ ਇੱਕ ਜਿਉਣੇ ਮੋੜ ਦੀ ਹਿੱਟ ਹੋਣ ਦੇ ਹੋਰ ਵੀ ਕਾਰਨ ਨੇ, ਤੁਹਾਨੂੰ ਮੈਂ ਦੱਸਦਾ ਬਾਅਦ 'ਚ। ਵੀ ਜਿਉਣੇ ਮੋੜ ਦਾ ਇੱਕ ਕਾਰਨ ਇਹ ਸੀ ਕਿ ਉਹ ਡਾਇਲੌਗ ਡਿਲੀਵਰੀ ਉਹਦੀ ਬਹੁਤ ਵਧੀਆ ਸੀ। ਜੇ ਤੁਸੀਂ ਉਹਦਾ ਸ਼ਹੀਦ ਭਗਤ ਸਿੰਘ ਦੇਖੋਗੇ, ਓਪੇਰਾ ਜਿਹੜਾ ਮਰਹੂਮ ਗਿਆਨੀ ਯੈਲ ਸਿੰਘ ਉਹਨਾਂ ਨੇ ਪਹਿਲਾ ਗਾਇਕ ਹੈ ਜਿਹਦਾ LP ਰਿਕਾਰਡ ਸ਼ਹੀਦ ਭਗਤ ਸਿੰਘ ਗਿਆਨੀ ਯੈਲ ਸਿੰਘ ਉਹਨਾਂ ਨੇ ਰਿਲੀਜ਼ ਕੀਤਾ। ਵਾਹ ਜੀ। ਤੇ ਸੁਰਿੰਦਰ ਉਹਦੇ ਵਿੱਚ ਜੱਟ ਮਿਰਜ਼ਾ ਖਰਲਾਂ ਦਾ, ਜੇ ਤੁਸੀਂ ਸੁਰਿੰਦਰ ਸ਼ਿੰਦੇ ਦੇ ਨਿਰੰਦਰ ਵਿਵਾਹ ਤੋਂ ਬਾਅਦ ਸੱਸੀ ਪੁੰਨੂ ਜਾਂ ਮਿਰਜ਼ਾ ਸਾਹਿਬਾ ਤੋਂ ਬਾਅਦ ਓਪੇਰਿਆਂ ਦੀ ਪਿਰਤ ਮੁੜ ਕੇ ਸੁਰਿੰਦਰ ਸ਼ਿੰਦੇ ਨੇ ਪਾਈ ਜੀ। ਓਪੇਰਾ ਜਿਹੜਾ ਜਿਉਣਾ ਮੋੜ, ਜੱਟ ਮਿਰਜ਼ਾ ਖਰਲਾਂ ਦਾ, ਜੇ ਜਿਹੜਾ ਸ਼ਹੀਦ ਭਗਤ ਸਿੰਘ ਜੀ, ਜਿਉਣਾ ਮੋੜ, ਇਹਨਾਂ ਦੇ ਸੰਵਾਦ ਸੁਣੋਗੇ ਤੁਹਾਨੂੰ ਇੱਕ ਸ਼ਿੰਦਾ ਹੋਰ ਲੱਭੇਗਾ। ਇੱਕ ਸ਼ਿੰਦਾ ਜਿਹੜਾ ਸੀਗਾ ਕਿ ਉਸ ਸ਼ਿੰਦੇ ਨੇ 70 ਸਾਲਾਂ ਦੀ ਉਮਰ 'ਚ ਇਹ ਪ੍ਰਭਾਵ ਹੀ ਨਹੀਂ ਕਬੂਲ ਕੀਤਾ ਕਿ ਮੇਰੀ ਉਮਰ ਵੱਧ ਰਹੀ ਆ। ਉਹ ਚੰਗੇ ਚੰਗੇ ਮੁੰਡਿਆਂ ਨਾਲ ਕੰਪੀਟੀਸ਼ਨ ਕਰਦਾ ਰਿਹਾ। ਉਹਨੂੰ ਇਹ ਸੀਗਾ ਕਿ ਮੈਂ ਕਦੇ ਵੀ ਇਹ ਨਹੀਂ ਮੰਨਣਾ ਕਿ ਮੇਰੀ ਉਮਰ ਵੱਧ ਗਈ ਜਾਂ ਮੈਂ ਹਾਲਾਂਕਿ ਇੱਕ ਵਾਰੀ ਕਿਹਾ ਵੀ ਸੀ, ਮੈਂ ਕਿਹਾ ਸ਼ਿੰਦਾ ਜੀ ਜਿਉਣਾ ਮੋੜ ਦੀ ਸਿਖਰ ਜਿਹੜੀ ਆ ਤੁਹਾਡੀ ਆਪਣੀ ਪੜ੍ਹਾਈ ਨਾ ਤੁਹਾਡੇ ਤੋਂ ਟੁੱਟਣੀ ਨਾ ਹੋਰ ਕਿਸੇ ਤੋਂ ਟੁੱਟਣੀ, ਫਿਰ ਤੁਸੀਂ ਸਚਿਨ ਤੰਦੂਲਕਰ ਜਾਂ ਦਾਰਾ ਸਿੰਘ ਵਾਂਗੂ ਭਰਿਆ ਮੇਲਾ ਛੱਡ ਦਿਓ। ਕਹਿੰਦਾ ਨਹੀਂ, ਕਲਾਕਾਰ ਤੇ ਭਲਵਾਨ ਛੇਤੀ ਨਹੀਂ ਮੈਦਾਨ ਚੋਂ ਨਿਕਲਦੇ। ਕਿਆ ਬਾਤ। ਸੋ ਇਸ ਕਰਕੇ ਸ਼ਿੰਦਾ ਜੀ ਨੇ ਆਖਰੀ ਦਮ ਤੱਕ ਉਹ ਆਪਣੇ ਪੁੱਤਰ ਨੂੰ ਵੀ ਯੋਗਦਾਨ ਸਟਰਗਲ ਕਰਦੇ ਰਹੇ, ਉਹ ਕਾਮਯਾਬ ਹੋਣ, ਪਰ ਉਹਨਾਂ ਨੇ ਆਪ ਇਸ ਕਰਕੇ ਕਈ ਸ਼ਿੰਦੇ, ਇੱਕ ਸ਼ਿੰਦਾ ਜਿਹੜਾ ਹੋਰ ਬਹੁਤ ਚੰਗਾ ਸੀਗਾ ਜਿਸ ਕਰਕੇ ਸ਼ਿੰਦੇ ਦੀਆਂ ਅਸੀਂ ਅੱਜ ਗੱਲਾਂ ਕਰਦੇ ਹਾਂ। ਜਿਵੇਂ ਪਹਿਲਾਂ ਕਿਹਾ ਕਿ ਸ਼ਿੰਦਾ ਸਿਰਫ ਗਾਇਕੀ ਦਾ ਨਹੀਂ, ਸ਼ਿੰਦਾ ਪੰਜਾਬ ਦਾ ਵੀ ਪੁੱਤ ਸੀ। ਹਾਂਜੀ, ਪੰਜਾਬ ਉਹਦੇ ਤੇ ਮਾਣ ਕਰਦਾ ਰਹੇਗਾ ਕਿ ਮਿਲ ਵਰਤਣ। ਤੇ ਆਪ ਇੱਕ ਜਗੀ ਜੀ ਗੱਲ ਹੋ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਮੈਂ ਇਹ ਕਹਿਣਾ ਹੁੰਦਾ ਕਿ 100 ਵਾਰ ਤੁਹਾਡੇ ਇੱਕ ਬੰਦਾ ਕੰਮ ਆਉਂਦਾ, ਇੱਕ ਵਾਰ ਕੋਈ ਨਹੀਂ ਆਉਂਦਾ ਨਾ, ਉਹਨੂੰ ਵਿਸਾਰੋ ਨਾ, ਪਤਾ ਨਹੀਂ ਉਹਨੇ ਫਿਰ ਕਿਹੜੀ ਵੇਲੇ ਤੁਹਾਡੇ ਕੰਮ ਆ ਜਾਣਾ। ਸ਼ਿੰਦਾ ਗਿਲਾ ਹੋ ਜਾਵੇ, ਕਿਸੇ ਨਾਲ ਨਾਰਾਜ਼ਗੀ ਹੋ ਜਾਵੇ, ਪਰ ਅੰਦਰੋਂ ਉਹ ਕਦੇ ਵੀ ਨਹੀਂ ਕਿਸੇ ਨਾਲ ਟੁੱਟਦਾ ਸੀ। ਸਾਡਾ ਜਿਹੜਾ ਪੰਜਾਬੀ ਗਾਇਕੀ ਦਾ ਇੱਕ ਗੋਲਡਨ ਪੀਰੀਅਡ ਰਿਹਾ ਕਿ ਅਸੀਂ ਵੀ ਨਾਰਾਜ਼ ਤਾਂ ਹੋ ਜਾਂਦੇ ਸੀ ਪਰ ਅਸੀਂ ਅੰਦਰੋਂ ਟੁੱਟਦੇ ਨਹੀਂ ਸੀ। ਇਹ ਸ਼ਿੰਦੇ ਦੀ ਸਭ ਤੋਂ ਵੱਡੀ ਬਹੁਤ ਵਧੀਆ ਗੱਲ ਹੈ ਜੀ। ਅਸੀਂ ਇੱਕ ਦੋ ਕਾਲਾਂ ਜ਼ਰੂਰ ਲੈ ਲਈਏ ਜੀ। ਸਾਡੇ ਕਾਲਰ ਜਿਹੜੇ ਨੇ ਜੀ, ਥਿੰਦ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੱਗੀ ਸਾਹਿਬ ਜੀ, ਸਵਾਗਤ ਹੈ ਜੀ। ਤੇ ਭੌਰਾ ਸਾਹਿਬ ਨਾਲ ਨੇ ਜੀ ਅੱਜ ਲਾਈਵ ਤੇ। ਭੌਰਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਮੇਰੇ ਪੁਰਾਣੇ ਮਿੱਤਰ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਇੰਦਰਜੀਤ ਸਿੰਘ ਸੰਧ ਜੀ ਬੇਰੀਆ। ਹਾਂਜੀ ਹਾਂਜੀ, ਸਿੰਘ ਸਾਹਿਬ ਤੇ ਸਾਡੇ ਲਈ ਬਹੁਤ ਵੱਡੇ ਸਤਿਕਾਰ ਵਾਲਾ ਨਾਂ ਆ, ਬਹੁਤ ਵੱਡੀ ਸਾਡੇ ਲਈ ਪਿਆਰੀ ਜੀ। ਸਿੰਘ ਸਾਹਿਬ ਜੀ, ਧੰਨਵਾਦ ਭੌਰਾ ਸਾਹਿਬ।
ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਤੇ ਤੰਦਰੁਸਤੀ ਬਖਸ਼ੇ। ਧੰਨਵਾਦ ਜੀ ਪ੍ਰੋਫੈਸਰ ਸ਼ਿੰਦਲ ਜੀ ਦੇ ਸਿੱਖਿਅਕ ਮਿੱਤਰ ਨੇ ਤੇ ਉਹਨਾਂ ਨੂੰ ਮੈਂ ਕਾਲ ਕਰਕੇ ਤੇ ਦੁੱਖ ਸਾਂਝਾ ਕੀਤਾ ਸੀਗਾ ਜੀ। ਅੱਛਾ ਜੀ। ਤੇ ਉਹਨਾਂ ਨੂੰ ਪੁੱਛਿਆ ਵੀ ਕਾਰਨ ਕੀ ਹੋਇਆ ਉਹਨਾਂ ਦੀ ਡੈਥ ਦਾ। ਜੀ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਉਹਨਾਂ ਦਾ ਖਾਣਾ ਖਾਧਾ ਸੀ ਨਾ, ਉਹ ਸਟਕ ਅਪ ਹੋ ਗਿਆ ਕਿਸੇ ਆਪਣੀ ਜਿਹੜੀ ਇੰਸਟਾਈਨ ਦੇ ਵਿੱਚ। ਜੀ ਬਿਲਕੁਲ। ਤੇ ਉਹ ਪੇਟ ਦੇ ਵਿੱਚ ਥੋੜੀ ਥੋੜੀ ਦਰਦ ਹੋਈ ਤੇ ਉਹਨਾਂ ਨੂੰ ਕੋਈ ਸੀਰੀਅਸ ਨਹੀਂ ਲਿਆ। ਅੱਛਾ ਜੀ। ਉਸ ਤੋਂ ਬਾਅਦ ਹੋ ਗਈ ਇਨਫੈਕਸ਼ਨ। ਜੀ ਇਨਫੈਕਸ਼ਨ ਹੋ ਗਈ, ਬਹੁਤ ਫਾਸਟ ਫੈਲ ਗਈ। ਜੀ ਜਦੋਂ ਹਸਪੀਟਲ ਲਗਾਏ ਉੱਥੇ ਡਾਕਟਰਾਂ ਨੇ ਆਪਣੇ ਪੂਰਾ ਯਤਨ ਕੀਤਾ। ਕੋਈ ਵੀ ਡਾਕਟਰ ਚਾਹੁੰਦਾ ਹੈ ਕਿ ਮੇਰਾ ਜਿਹੜਾ ਮਰੀਜ਼ ਮੇਰੇ ਕੋਲ ਆਵੇ ਉਹ ਠੀਕ ਹੋ ਕੇ ਜਾਵੇ, ਜੀ ਪਰ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀਗਾ ਤੇ ਉਹ ਸਾਨੂੰ ਵਿਛੋੜਾ ਦੇ ਕੇ ਚਲੇ ਗਏ। ਅਸੀਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਤੁਹਾਨੂੰ ਮੁਲਾਕਾਤ ਦਾ ਕਦੇ ਮਿਲਿਆ ਜੀ, ਸਵਾਬ ਬਣਿਆ? ਜੀ ਜੀ, ਅਸੀਂ ਇੱਥੇ ਪ੍ਰੋਗਰਾਮ ਜਿਹੜਾ ਵਿਸਾਖੀ ਮੇਲਾ ਕਰਦੇ ਨਾ ਸੈਨ ਹਾਊਸ ਦੇ, ਦੱਸਿਆ ਸੀ ਉਸ ਦਿਨ। ਹਾਂਜੀ ਹਾਂਜੀ। ਤੇ ਉਹਨਾਂ ਨੂੰ ਇੱਕ ਵਾਰੀ ਮੇਨ ਕਲਾਕਾਰ ਹੋਈ ਸੀ ਤੇ ਇੱਕ ਦਿਹਾੜੀ ਮੈਨੂੰ ਉਹਨਾਂ ਦੇ ਨਾਲ ਮਤਲਬ ਬਤਾਉਣ ਦਾ ਸਮਾਂ ਮਿਲਿਆ ਸੀਗਾ ਤੇ ਬੜੇ ਹਸਮੁਖ। ਮੈਂ ਵੀ ਆਇਆ ਸੀ ਉਦੋਂ ਨਾਲ ਹੀ। ਹਾਂਜੀ। ਤੇ ਆਸ਼ਾ ਸ਼ਰਮਾ ਜੀ ਤੇ ਮੈਂ ਦੋਨੋਂ ਸਟੇਜ ਸੰਭਾਲ ਰਹੇ ਸਨ। ਠੀਕ ਹੈ ਜੀ। ਚਲੋ। ਤੇ ਉਸ ਵੇਲੇ ਉਹਨਾਂ ਨਾਲ ਕਾਫੀ ਗੱਲਬਾਤ ਹੋਈ, ਇਕੱਠੇ ਟਾਕ ਸ਼ੋਅ ਵੀ ਕੀਤਾ ਸੀ ਰੇਡੀਓ। ਅੱਛਾ ਜੀ। ਅੱਛਾ ਚਲੋ। ਤੇ ਕਾਫੀ ਯਾਦਾਂ ਭਾਵੇਂ ਇੱਕ ਦਿਨ ਹੀ ਗੁਜ਼ਾਰਿਆ ਸੀ, 2 ਦਿਨ ਹੀ ਗੁਜ਼ਾਰੇ ਸਨ, ਪਰ ਯਾਦਾਂ ਜੁੜੀਆਂ ਹੋਈਆਂ ਉਹਨਾਂ ਦੇ ਨਾਲ ਡੈਫੀਨੇਟਲੀ ਹੈਗੀਆਂ ਨੇ। ਮਿਹਰਬਾਨੀ ਜੀ ਥਿੰਦ ਸਾਹਿਬ, ਕਾਲ ਕਰਨ ਲਈ ਤੁਹਾਡਾ। ਹਾਂਜੀ ਧੰਨਵਾਦ ਜੀ। ਪੌਰਾ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਤੇ ਬਾਕੀ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ। ਸਰਦਾਰ ਨਹੀਂ ਸੌਰੀ ਅਣਜਾਣ ਸਾਹਿਬ ਜੀ, ਸਰਦਾਰ ਰਾਜਨ ਸਿੰਘ ਜੀ ਅਣਜਾਣ ਸਾਹਿਬ, ਸਤਿ ਸ੍ਰੀ ਅਕਾਲ ਜੀ। ਜੱਗੀ ਸਾਹਿਬ ਜੀ, ਆਪ ਨੂੰ ਤੇ ਭੌਰਾ ਸਾਹਿਬ ਨੂੰ ਪਹਿਲਾਂ ਬੜੇ ਸਤਿਕਾਰ ਸਹਿਤ ਤੇ ਬਾਕੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ ਅਣਜਾਣ ਸਾਹਿਬ ਬਹੁਤ ਤੁਹਾਡਾ। ਅੱਜ ਦਾ ਵਿਸ਼ਾ ਜਿਹੜਾ ਬੜਾ ਦਰਦਨਾਕ ਹੈ, ਦਰਦ ਵਿਛੋੜੇ ਦਾ ਹਾਲ ਕਿਹਨੂੰ ਸੁਣਾਵਾਂ। ਜੀ ਸ਼ਿੰਦਾ ਜੀ ਦੀਆਂ ਯਾਦਾਂ ਸਾਰੀ ਦੁਨੀਆ ਨੂੰ ਯਾਦ ਵਾ ਜੀ, ਤੇ ਸਾਡੇ ਨਾਲੋਂ ਜ਼ਿਆਦਾ ਧਿਆਨ ਨੂੰ ਯਾਦ ਵਾ। ਉਹਨਾਂ ਦੇ ਵਿਛੋੜੇ ਦਾ ਰੋਮ ਰੋਮ ਤੋਂ ਤਹਿ ਦਿਲੋਂ ਦੁੱਖ ਮੰਨਦੇ ਹੋਏ ਅਫਸੋਸ ਕਰਦੇ ਆ ਉਹਨਾਂ ਦਾ ਦਾਤਾ। ਤੇ ਇਹ ਸਹਿਨਸ਼ੀਲ ਸ਼ਕਤੀ ਅੱਗੇ ਵੀ ਸਾਰਿਆਂ ਨੂੰ ਬਖਸ਼ੇ ਤੇ ਉਹਨਾਂ ਨੂੰ ਵਿਛੋੜੇ ਦੇ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਆ ਤੇ ਅਰਦਾਸ ਵੀ ਭੇਟ ਕਰਦੇ ਆ ਜੀ। ਦੇ ਸੱਜਣ ਸੀਸੜੀਆਂ ਜੋ ਹੋਏ ਸਹਿਬ ਸੋ ਮੇਲ। ਜੀ ਇਹ ਦਾਤਾ ਕਿਰਪਾ ਕਰੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੀਆਂ ਯਾਦਾਂ ਤੇ ਨਾ ਭੁੱਲਣੀਆਂ। ਤੇ ਮੈਂ ਫਿਰ ਉਹੀ ਗੱਲ ਕਹਿੰਦਾ, ਮੈਂ ਦਰਦ ਵਿਛੋੜੇ ਦਾ ਹਾਲ ਕਿਹਨੂੰ ਸੁਣਾਵਾਂ। ਜੀ ਇਹਨਾਂ ਸ਼ਬਦਾਂ ਨਾਲ ਸਾਰੇ ਦਰਸ਼ਕਾਂ ਦੇ ਆਪ ਤੇ ਕਿੰਨੇ ਚਿਰ ਬਾਅਦ ਭੌਰਾ ਸਾਹਿਬ ਜੀ ਦੇ ਦਰਸ਼ਨ ਹੋਏ। ਬੜੀ ਖੁਸ਼ੀ ਇਸ ਗੱਲ ਦੀ। ਇਸ ਖੁਸ਼ੀ ਤੇ ਅਫਸੋਸ ਨਾਲ ਸਤਿ ਸ੍ਰੀ ਅਕਾਲ, ਚੜ੍ਹਦੀ ਕਲਾ 'ਚ ਅਗਲੀਆਂ ਕਾਲਾਂ ਲਓ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਅਣਜਾਣ ਸਾਹਿਬ, ਸਾਡੇ ਬਹੁਤ ਸਤਿਕਾਰਯੋਗ ਸੀਨੀਅਰ। ਧੰਨਵਾਦ। ਤੇ ਪਰ ਸਾਹਿਬ ਆਪਾਂ ਸੁਰਿੰਦਰ ਸ਼ਿੰਦਾ ਜੀ ਦੀ ਫਿਰ ਗੱਲ ਕਰਦੇ, ਜਿਵੇਂ ਇਹਨਾਂ ਨੇ ਦੱਸਿਆ ਇੱਕ ਕਿ ਜਿਵੇਂ ਖਾਧਾ ਕੁਛ ਤੇ ਉਹ ਸਟਕ ਹੋ ਗਿਆ। ਇਹ ਜਦੋਂ ਅਸੀਂ ਚਲੋ ਸਾਡੇ ਦਰਸ਼ਕਾਂ ਵਾਸਤੇ ਵੀ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਵੀ ਜਦੋਂ ਰੋਟੀ ਖਾਂਦੇ ਕਈ ਵਾਰ ਉੱਥੂ ਆਉਂਦਾ ਨਾ ਜੀ, ਤੇ ਆਪਾਂ ਰੋਕ ਲੈਂਦੇ ਆ ਤੇ ਬਾਥਰੂਮ ਚੱਕ ਜਾਣ ਵੀ ਉੱਥੇ ਚਲੋ ਅਸੀਂ ਕੱਢ ਦਿੰਦੇ ਆ, ਉਹ ਉਨੇ 'ਚ ਹੀ ਸਾਰਾ ਕੰਮ ਖਰਾਬ ਹੋ ਜਾਂਦਾ। ਇਹ ਸਾਡੇ ਵੀ ਇੱਥੇ 27 ਸਾਲਾਂ ਦਾ ਮੁੰਡਾ ਸੀ, ਉਹਦੇ ਵੀ ਇੱਦਾਂ ਹੀ ਸੇਮ ਹੋਇਆ ਸੀਗਾ, ਫਿਰ ਨਾੜੀ ਸਟਕ ਹੋ ਗਈ ਤੇ ਉਹਦੀ ਵੀ ਡੈਥ ਹੋ ਗਈ। 27 ਸਾਲਾਂ ਦਾ ਮੁੰਡਾ ਸੀ। ਚਲੋ ਇਹ ਤੋਂ ਅਸੀਂ ਫਿਰ ਸੁਰਿੰਦਰ ਸ਼ਿੰਦਾ ਜੀ ਵਾਲੇ ਪਾਸੇ ਜੇ ਆਈਏ, ਤੇ ਤੁਹਾਡੀ ਪਹਿਲੀ ਮੁਲਾਕਾਤ ਉਹਨਾਂ ਨਾਲ ਕਦੋਂ ਹੋਈ ਸੀ ਤੇ ਕੀ ਸਵਾਬ ਕਿਵੇਂ ਬਣਿਆ ਸੀ ਉਹਦਾ? ਦੇਖੋ, ਪਹਿਲੀ ਮੁਲਾਕਾਤ ਇਹ ਸੀ ਵੀ ਕਿਉਂਕਿ ਪੰਜਾਬੀ ਗੀਤ ਸੰਗੀਤ ਦਾ ਜਿਹੜਾ ਵਿਹੜਾ ਸੀਗਾ, ਇਹ ਖੇਤਰ ਸੀਗਾ, ਬਹੁਤ ਘੱਟ ਲੋਕ ਸੀਗੇ। ਮੈਂ ਕਹਾਂਗਾ ਕਿ ਕੋਈ ਨਹੀਂ ਸੀਗਾ, ਹੈ ਨਾ। ਤੇ ਜਦੋਂ ਕੋਈ ਇਹਨਾਂ ਬਾਰੇ ਲਿਖਦਾ ਸੀ ਜਾਂ ਕਿਉਂਕਿ ਮੀਡੀਆ ਸੀਮਤ ਸੀ, ਅਖਬਾਰਾਂ ਸੀਗੀਆਂ ਤਾਂ ਦੂਰਦਰਸ਼ਨ ਵੀ ਆ ਗਿਆ ਸੀਗਾ, ਪਰ ਸਾਰਿਆਂ ਦੀ ਦੂਰਦਰਸ਼ਨ ਤੱਕ ਵੀ ਪਹੁੰਚ ਨਹੀਂ ਸੀਗੀ। ਤੇ ਮੈਂ ਜ਼ਰੂਰ ਥੋੜ੍ਹਾ ਜਿਹਾ ਚਰਚਾ 'ਚ ਹੋ ਗਿਆ ਸੀਗਾ ਕਿ ਮੈਂ ਕਈ ਗਾਇਕਾਂ ਨੂੰ ਲਿਖਣਾ ਸ਼ੁਰੂ ਕੀਤਾ। ਤੇ ਉਦੋਂ ਮੇਰਾ ਸ਼ਿੰਦਾ ਜੀ ਨਾਲ ਮੇਲ ਮਿਲਾਪ ਹੋਇਆ ਉਹਨਾਂ ਦਿਨਾਂ 'ਚ, ਜਦੋਂ
ਜਿਹੜੇ ਉੱਚਾ ਬੁਰਜ ਲਾਹੌਰ ਦਾ, ਜਾਂ ਪਹਿਲਾਂ ਉਸ ਤੋਂ ਦੁਗਾਣੇ ਆਏ। ਜੀ, ਉਦੋਂ ਫਿਰ ਤੁਸੀਂ ਉਹਨਾਂ ਨੂੰ ਮੁਲਾਕਾਤ ਹੋਈ? ਹਾਂ, ਮੈਂ ਉਹਨਾਂ ਦੇ ਪੁਰਾਣੇ ਘਰ 'ਚ ਵੀ, ਹੋਣ ਵਾਲੇ ਘਰ 'ਚ ਵੀ ਅੱਛਾ। ਉਹ ਜਾਂਦੇ ਨੇ। ਮੈਂ ਅਕਸਰ ਘਰ ਆਉਣਾ ਜਾਣਾ ਸੀਗਾ। ਜੀ। ਤੇ ਸ਼ਿੰਦਾ ਜੀ ਨਾਲ ਫਿਰ ਉਸ ਤੋਂ ਬਾਅਦ ਲਗਾਤਾਰ ਮੇਲ ਹੁੰਦਾ ਰਿਹਾ। ਇਸ ਮੇਲ ਦਾ ਕਾਰਨ ਇੱਕ ਇਹ ਵੀ ਸੀਗਾ, ਮੈਂ ਤੁਹਾਨੂੰ ਦੱਸਦਾ ਕਿ ਮੇਰੀ ਮਾਨਕ ਨਾਲ ਨੇੜਤਾ ਸੀ, ਸ਼ਿੰਦਾ ਜੀ ਨਾਲ ਨੇੜਤਾ ਸੀ। ਕਈ ਵਾਰੀ ਕੋਈ ਕਹਿ ਵੀ ਦਿੰਦੇ ਸੀ ਵੀ ਮਾਨਕ ਵੱਲ ਨੂੰ ਭਾਰੂ ਹੋ ਜਾਂਦਾ, ਪਰ ਮੈਂ ਕਹਿੰਦਾ ਸੀਗਾ ਕਿ ਜੇ ਮੈਂ ਲਿਖਿਆ ਕੁਲਦੀਪ ਮਾਨਕਵੜ ਨਾਲੋਂ ਵੱਧ ਸ਼ਿੰਦਾ ਜੀ ਬਾਰੇ ਲਿਖਿਆ। ਅੱਛਾ ਜੀ। ਚਾਹੇ ਉਹ ਫਿਲਮਾਂ ਬਾਰੇ ਲਿਖਿਆ, ਚਾਹੇ ਉਹਨਾਂ ਦੇ ਕਲਾਕਾਰੀ ਵਾਲੇ ਜੀਵਨ 'ਤੇ ਲਿਖਿਆ, ਉਹਨਾਂ ਦੇ ਜਿਹੜੀ ਸੰਘਰਸ਼ ਹੈ ਉਹਦੇ 'ਤੇ ਲਿਖਿਆ। ਮੈਂ ਬਿੰਗੇ ਟੇਢੇ ਤਰੀਕੇ ਨਾਲ ਜਦੋਂ ਵੀ ਕੋਈ ਸਾਲ ਬਾਅਦ ਕੋਈ ਗੱਲ, ਕੋਈ ਲੇਖਾ ਜੋਖਾ ਗਾਇਕੀ ਦਾ ਕਰਦੇ ਸੀ, ਮੈਂ ਸੁਰਿੰਦਰ ਸ਼ਿੰਦਾ ਜੀ ਦੀ ਗੱਲ ਅਕਸਰ ਕਰਦਾ ਸੀ। ਇਹਦਾ ਮੈਂ ਹੋਰ ਵੀ ਤੁਹਾਨੂੰ ਇੱਕ ਉਦਾਹਰਣ ਵੀ ਦਿੰਦਾ ਕਿ ਮੈਂ ਇਹ ਵੀ ਇਸ ਐਡੇ ਵੱਡੇ ਮਾਧਿਅਮ ਤੋਂ ਇਹ ਗੱਲ ਦੱਸ ਰਿਹਾ ਕਿ ਅਸੀਂ ਕਈ ਵਾਰੀ ਨਾਰਾਜ਼ ਵੀ ਹੋ ਜਾਂਦੇ ਸੀਗੇ, ਪਰ ਸਾਡੇ ਘਰ 'ਚ ਕੋਈ ਖੁਸ਼ੀ, ਕੋਈ ਗਮੀ ਹੋਵੇ, ਸੁਰਿੰਦਰ ਸ਼ਿੰਦਾ ਜੀ ਨੇ ਕਦੀ ਹਾਜ਼ਰੀ ਨਹੀਂ ਲਵਾਈ, ਇਹ ਗੈਰ ਹਾਜ਼ਰੀ ਨਹੀਂ ਲਵਾਈ, ਕਦੇ ਵੀ ਉਹ ਗੈਰ ਹਾਜ਼ਰ ਨਹੀਂ ਹੋਏ। ਮੈਂ 8 ਸਾਲ ਸ਼ੌਂਕੀ ਮੇਲਾ ਲਾਇਆ ਤੇ 6 ਸਾਲ ਸੁਰਿੰਦਰ ਸ਼ਿੰਦਾ ਦੀ ਹਾਜ਼ਰੀ ਰਹੀ ਹੈ। ਈਵਨ ਅਸੀਂ ਉਹਨਾਂ ਨੂੰ ਭਾਵੇਂ ਮਾਣ ਸਨਮਾਨ ਵੀ ਦਿੱਤਾ, ਪਰ ਕਿਉਂਕਿ ਇਹ ਕਹਿੰਦੇ ਨੇ ਕਿ ਚਲੋ ਤੁਸੀਂ ਅੰਦਰੋਂ ਜਿਹੜਾ ਨਾ, ਅੰਦਰੋਂ ਇਨਸਾਨੀਅਤ ਕਾਇਮ ਰੱਖਣ ਦੀ ਜਿਹੜੇ ਸ਼ਿੰਦਾ ਜੀ ਦੇ ਨਾਲ ਰਹੇ ਆ ਉਹ ਜਾਣਦੇ ਆ। ਮੈਂ ਹੁਣ ਦੀ ਗੱਲ ਦੱਸਦਾ ਵੀ 1.5 ਮਹੀਨਾ ਹਲੇ ਹੁਣੇ ਹੋਇਆ, ਸੰਗਤਾਰ ਹੁਣਾਂ ਨੇ ਇੱਕ ਸ਼ਿੰਦੇ ਜੀ ਨਾਲ ਗੱਲ ਕੀਤੀ। ਹਾਂਜੀ। ਕੋਈ ਜਿਉਣਾ ਮੋੜ ਦਾ ਸਵਾਲ ਆ ਗਿਆ ਹੋਣਾ, ਮੈਂ ਜਿਉਣਾ ਮੋੜ ਦੀ ਬਾਅਦ 'ਚ ਗੱਲ ਦੱਸ ਦਿੰਦਾ। ਸਵਾਲ ਆ ਗਿਆ ਹੋਣਾ, ਸ਼ਿੰਦਾ ਜੀ ਨੇ ਕੋਈ ਉੱਤੇ ਕਮੈਂਟ ਕਰਤਾ ਤੇ ਉਹ ਛੋਟੀ ਜਿਹੀ ਟਿਕਟੌਕ ਜਿਹੜੀ ਬੜੀ ਵਾਇਰਲ ਹੋ ਗਈ। ਅੱਛਾ, ਮੈਂ ਫੋਨ ਕਰ ਲਿਆ ਸ਼ਿੰਦਾ ਜੀ ਨੂੰ, ਮੈਂ ਕਿਹਾ ਸ਼ਿੰਦਾ ਜੀ ਆਪਾਂ ਤੇ ਇਕੱਠੇ ਰਹਿੰਦੇ ਆ, ਆਪਾਂ 10-12 ਸਾਲ ਪਹਿਲਾਂ ਵੀ ਵਿਚਾਰਿਆ ਸੀ ਮਸਲਾ। ਉਹ ਮੈਨੂੰ ਕਹਿੰਦਾ ਕੁਛ ਨਹੀਂ ਹੋਇਆ, ਇਹ ਤੇਰੀ ਹੋਰ ਪ੍ਰਸਿੱਧੀ ਹੋ ਗਈ। ਮੈਂ ਫਿਰ ਗੱਲ ਦੇਖੋ, ਜੇ ਤੁਸੀਂ ਕਹੋਗੇ, ਹਾਲਾਂਕਿ ਮੈਨੂੰ ਇਦਾਂ ਲੱਗਾ ਕਿ ਮੈਂ ਥੋੜਾ ਜਿਹਾ 2% ਗਿਲੇ 'ਚ ਸੀਗਾ, ਮਤਲਬ ਉਸ ਗੱਲ ਹੀ ਖਤਮ ਹੋ ਗਈ ਜਦੋਂ ਐਸਾ ਜਵਾਬ ਦਿੱਤਾ। ਕੋਈ ਇਦਾਂ ਦੀ ਕੁਛ ਨਹੀਂ ਰਿਹਾ। ਈਵਨ ਕਿ ਇੱਕ ਵਾਰੀ ਅਸੀਂ ਪਹਿਲਾਂ ਵੀ ਨਾਰਾਜ਼ ਹੋ ਗਏ ਤੇ ਮੁੜ ਕੇ ਦੇਵ ਤਰੀਕਿਆਂ ਵਾਲੇ ਉਹਨਾਂ ਦਾ ਭੋਗ ਆ ਗਿਆ। ਹੁਣ ਦੀ ਗੱਲ 1.5-2 ਸਾਲ ਪਹਿਲਾਂ ਹੋ ਜਾਂਦੇ ਆ ਕਈ ਵਾਰੀ, ਕੋਈ ਏਡੀ ਕੋਈ ਗੱਲ ਨਹੀਂ ਆ, ਹਿਊਮਨ ਬੀਇੰਗ ਹੈ। ਅੱਛਾ, ਉੱਥੇ ਜਦੋਂ ਮੈਂ ਗਿਆ ਤੇ ਜੋ ਕੁਛ ਸ਼ਬਦ ਸੁਰਿੰਦਰ ਸ਼ਿੰਦਾ ਜੀ ਨੇ ਉਸ ਮੰਚ ਤੋਂ ਕਹੇ, ਜਿੱਥੇ ਉਹਨਾਂ ਦਾ ਆਖਰੀ ਰਸਮਾਂ ਜਿਹੜੀਆਂ ਪੂਰੀਆਂ ਹੋ ਰਹੀਆਂ ਸੀ, ਅੰਤਮ ਅਰਦਾਸ ਦੀਆਂ, ਮੈਂ ਆਪ ਇਮੋਸ਼ਨਲ ਹੋ ਗਿਆ ਕਿ ਯਾਰ ਇਹ ਬੰਦਾ, ਇਹ ਆ ਸਿੰਗਰ ਜਿਹਦੇ ਮਨ 'ਚ ਬੰਦਾ ਮਾੜਾ ਉਹ ਆ ਜਿਹੜਾ ਮਨ 'ਚ ਰੱਖਦਾ। ਜ਼ੁਬਾਨ ਦਾ ਕੀ ਆ, ਕਈ ਵਾਰੀ ਹੁੰਦੇ ਆ, ਪਰ ਅਸੀਂ ਤਾਂ ਇੱਦਾਂ ਵੀ ਨਹੀਂ ਕਦੀ ਹੋਏ। ਮੈਂ ਸਾਰਿਆਂ ਨੂੰ ਇਹ ਗੱਲ ਜ਼ਰੂਰ ਦੱਸਦਾ ਕਿ ਸੁਰਿੰਦਰ ਸ਼ਿੰਦਾ ਜੀ, ਚਾਹੇ ਨਵੇਂ ਯੁੱਗ ਦੇ ਸਿੰਗਰ ਆ ਗਏ, ਚਾਹੇ ਕੋਈ ਵੀ ਆ ਗਿਆ, ਉਹਨਾਂ ਨੇ ਕਈ ਥਾਂ ਬਰਾਬਰ ਝੰਡਾ ਕੀਤੀਆਂ। ਕਈ ਥਾਂ ਉਹਨਾਂ ਨੇ ਗਾਇਕੀ 'ਚ ਇਹ ਦੱਸਿਆ। ਮੈਂ ਹੋਰ ਵੀ ਗੱਲ, ਇੱਕ ਜੱਗੀ ਜੀ ਜਿਹੜੀ ਉਸ ਇੱਕ ਸ਼ਿੰਦਿਆਂ ਵਾਲੀ ਗੱਲ ਕਰਦੇ, ਉਸ 'ਚ ਮੈਂ ਹੋਰ ਵੀ ਇੱਕ ਸ਼ਿੰਦੇ ਦੀ ਗੱਲ ਜੋੜਦਾ। ਸੁਰਿੰਦਰ ਸ਼ਿੰਦਾ ਕਿਸੇ ਸੰਗੀਤਕ ਘਰਾਣੇ ਨਾਲ ਸੰਬੰਧਿਤ ਨਹੀਂ ਹੈ। ਅੱਛਾ ਜੀ। ਕਿ ਉਹ ਕਿਸੇ ਮੀਰ ਆਲਮ ਦੇ ਪਰਿਵਾਰ 'ਚੋਂ, ਮੀਰ ਆਲਮਾਂ ਦੇ ਪਰਿਵਾਰ 'ਚੋਂ ਹੋਵੇ, ਜਾਂ ਜਿਹਨਾਂ ਨੂੰ ਆਪਾਂ ਸੰਗੀਤ ਦੇ ਘਰਾਣੇ ਕਹਿੰਦੇ ਆ। ਸੁਰਿੰਦਰ ਸ਼ਿੰਦਾ ਜੀ ਦਾ ਕੋਈ ਪਿਛੋਕੜ ਜਿਹੜਾ ਉਹ ਸੰਗੀਤਕ ਘਰਾਣੇ ਨਾਲ ਨਹੀਂ ਜੁੜਦਾ, ਪਰ ਸੁਰਿੰਦਰ ਸ਼ਿੰਦਾ ਨੇ ਜੋ ਆਪਣੀ ਗਾਇਕੀ 'ਚ ਦਿਖਾਇਆ, ਚਾਹੇ ਉਹ ਮੁਰਕੀਆਂ, ਹਰਕਤਾਂ, ਗਰਾਰੀਆਂ ਦੇ ਪੱਖ 'ਚ ਸੀਗਾ। ਕਈ ਕਲਾਸੀਕਲ ਟੱਚ ਸ਼ਿੰਦਾ ਜੀ ਨੇ ਇੱਦਾਂ ਦੇ ਲਾਏ ਨੇ ਕਿ ਘਰਾਣੇ ਵਾਲੇ ਵੀ ਮੂੰਹ ਚੁੰਗਲੀ ਦੇ ਲੈਂਦੇ ਸੀ ਵੀ ਇਹ ਕੰਮ ਸੁਰਿੰਦਰ ਸ਼ਿੰਦਾ ਹੀ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਬਿਲਕੁਲ ਬਿਲਕੁਲ। ਸੋ ਇਸ ਕਰਕੇ ਮੈਂ ਇੱਕ ਜ਼ਰੂਰ ਕਰਨਾ, ਇੱਕ ਜਿਹੜੀ ਜਿਸ ਕੰਮ ਤੋਂ ਅਸੀਂ ਇਮੋਸ਼ਨਲ ਵੀ ਮੈਂ ਹੋ ਜਾਂਦਾ ਜੱਗੀ ਜੀ, ਇੱਕ ਨਾ 75 ਤੋਂ 85-90 ਦਾ ਜਿਹੜਾ ਸਮਾਂ ਆ, ਇਹਨੂੰ ਅਸੀਂ ਗੋਲਡਨ ਪੀਰੀਅਡ ਥੋੜਾ ਸਵੀਕਾਰ ਕਰਦੇ ਹਾਂ ਜੀ। ਇਸ ਯੁੱਗ 'ਚ ਨਰਿੰਦਰ ਬੀਬਾ, ਜਮਲਾ ਜੀ, ਕੁਲਦੀਪ ਮਾਨਕ, ਸੁਰਿੰਦਰ ਸ਼ਿੰਦਾ, ਦੀਪ, ਜਗਮੋਹਨ ਕੌਰ, ਮੁਹੰਮਦ ਸਦੀਕ, ਰਣਜੀਤ ਕੌਰ, ਕਰਮਜੀਤ ਧੂਰੀ, ਆਸਾ ਸਿੰਘ ਮਸਤਾਨਾ, ਇਸ ਦੌਰ 'ਚ ਦਿਲਸ਼ਾਦ ਅਖਤਰ, ਸਰਦੂਲ ਸਿਕੰਦਰ, ਹਾਕਮ ਸੂਫੀ, ਗੁਰਦਾਸ ਮਾਨ, ਬਰਕਤ ਸਿੱਧੂ, ਇਹ ਇਸ ਯੁੱਗ ਦੇ ਗਾਇਕ ਸੀ। ਤੇ ਅਸੀਂ ਕਹਿੰਦੇ ਸੀ ਵੀ ਸਾਡਾ ਇਹ ਯੁੱਗ ਸੀਗਾ। ਹੁਣ ਸਾਡਾ ਜਦੋਂ ਮੈਂ ਇਸ ਯੁੱਗ 'ਚੋਂ ਬਹੁਤੇ ਲੋਕ ਚਲੇ ਗਏ, ਅਸੀਂ ਗਿਣਵੀਂ, ਮੈਂ ਪਾਲੀ ਨੂੰ ਵੀ ਉਤਨੇ ਗੱਲ ਕੀਤੀ ਕਿ ਅਸੀਂ ਯਾਰ ਕੁਛ ਹੀ ਬੰਦੇ ਰਹਿ ਗਏ। ਅਸੀਂ ਨਾਰਾਜ਼ ਹੋ ਜਾਂਦੇ ਸੀ, ਪਰ ਅਸੀਂ ਕਦੇ ਟੁੱਟਦੇ ਨਹੀਂ ਸੀ। ਮੈਂ ਇਸ ਯੁੱਗ 'ਚ ਸ਼ਿੰਦਾ ਜੀ ਚਲ ਗਏ। ਹਲੇ ਕੱਲ੍ਹ ਦੀ ਗੱਲ ਹੈ ਕਿ ਮੈਂ ਨਾ ਸਰਦੂਲ ਸਿਕੰਦਰ ਦਾ ਲੇਖ ਲਿਖਿਆ, ਜਦੋਂ ਬਹੁਤ ਵੱਡਾ ਅਜੀਤ ਸੰਡੇ ਨੂੰ ਛਪਿਆ। ਮੈਂ ਨਾ ਹੁਸ਼ਿਆਰ ਮਕੇਰੀਆਂ ਤੋਂ ਉੱਧਰੋਂ ਆ ਰਿਹਾ ਸੀਗਾ, ਮੈਂ ਇੰਡੀਆ ਸੀਗਾ ਉਦੋਂ, ਅਤੇ
ਸ਼ਿੰਦਾ ਜੀ ਦਾ ਫੋਨ ਆ, ਮੈਂ ਚੱਕਿਆ ਨਹੀਂ, ਮੈਂ ਤੁਹਾਨੂੰ ਸਹੀ ਗੱਲ, ਮੈਂ ਕਿਹਾ ਕਿ ਕੋਈ ਮੈਨੂੰ ਲੱਗਦਾ ਵੀ ਕੋਈ ਗਲਾ ਨਾ ਕਰਨਾ ਹੋਵੇ। ਮੈਂ ਨਾ ਮਾਲਪੁਰ ਵੀ ਲੰਘਾ, ਮੈਂ ਤੀਜੀ ਵਾਰੀ ਫੋਨ ਗੜਸ਼ੰਕਰ ਆ ਕੇ ਚੁੱਕ ਲਿਆ। ਹਾਂਜੀ, ਮੈਂ ਸੱਚ ਦੱਸਾਂ, ਮੈਂ 2 ਵਾਰੀ ਨਹੀਂ ਫੋਨ ਚੁੱਕਿਆ, ਮੈਂ ਚੁੱਕ ਲਿਆ। ਮੈਂ ਕਿਹਾ ਹਾਂਜੀ, ਹਾਲ ਚਾਲ ਪੁੱਛਣ ਤੋਂ ਬਾਅਦ ਕਹਿੰਦੇ ਵੀ ਯਾਰ ਤੂੰ ਇੰਨਾ ਵਧੀਆ ਲਿਖਿਆ, ਪਰ ਕੁਲਦੀਪ ਮਾਨਕ ਤੋਂ ਵੀ ਪਹਿਲਾਂ ਮੇਰੀ ਰੋਡਵੇਜ ਦਾ ਲਾਰੀ ਮੇਰੀ ਗਾਉਂਦਾ ਹੁੰਦਾ। ਮੈਂ ਕਿਹਾ ਕੋਈ ਗੱਲ ਨਹੀਂ, ਪਰ ਮੈਂ ਲਿਖਤਾ ਤੁਹਾਡਾ ਵੀ ਲਿਖਿਆ ਹੈ। ਮੈਨੂੰ ਕਹਿੰਦੇ ਇੰਨੇ ਸ਼ਬਦ ਤੂੰ ਵਧੀਆ ਸਰਦੂਲੇ ਵਰਤੇ ਆ, ਕੋਈ ਸਾਡੇ ਲਈ ਵੀ ਸ਼ਬਦ ਰੱਖ ਲਈ। ਮਤਲਬ ਮੇਰਾ ਹਾਲੇ ਵੀ ਗਲਾ ਭਰਦਾ ਕਿ ਪਤਾ ਨਹੀਂ, ਮੈਨੂੰ ਇਹ ਸਕਦਾ ਕਿ ਮੈਂ ਠੀਕ ਨਹੀਂ ਰਹਿੰਦਾ ਵੀ ਪਤਾ ਨਹੀਂ ਮੈਂ ਪਹਿਲਾਂ ਚਲੇ ਜਾਣਾ, ਪਰ ਅਸੀਂ ਸ਼ਿੰਦਾ ਜੀ ਬਾਰੇ ਕਦੀ ਸੋਚਦੇ ਨਹੀਂ ਸੀ, ਉਹਨਾਂ ਨੇ ਚਲੇ ਜਾਣਾ। ਤੇ ਮੈਨੂੰ ਇਹ ਵੀ ਜੱਗੀ ਜੀ ਉਹ ਸ਼ਬਦ ਜਿਹੜੇ ਕਹਿੰਦੇ ਸਾਡੇ ਲਈ ਰੱਖਿਆ, ਮੈਂ ਉਹ ਸ਼ਬਦ ਲਿਖੇ ਨੇ ਜੇ ਇਸ ਐਤਬਾਰ ਨੂੰ ਅਜੀਤ ਦੇ ਵਿੱਚ। ਮੈਨੂੰ ਦੁੱਖ ਹੈ ਕਿ ਇਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਹਟਿਆ, ਇਹਨਾਂ ਦੇ ਸ਼ਰਧਾਂਜਲੀ ਲੇਖ ਜਾਣ ਤੇ ਦੁੱਖ ਹਾਂ ਦਾ ਨਾਰਾ ਜਿਹੜਾ ਉਹ ਮੈਨੂੰ ਹੀ ਮਾਰਨਾ ਪਿਆ, ਮੈਂ ਹੀ ਮਾਰ ਰਿਹਾ। ਤੇ ਹੁਣ ਪਤਾ ਨਹੀਂ ਅੱਗੇ ਕੀ ਹੋਏਗਾ ਤੇ ਕਿਹਦੀ ਨਹੀਂ, ਸਭ ਪਰਮਾਤਮਾ ਚਲੋ ਜੋ ਮਨਜ਼ੂਰ ਹੈ ਜੀ। ਤੁਸੀਂ ਵੀ 2 ਬੋਲ ਕਰਨੇ ਚਾਹੁੰਦੇ ਹੋ ਸਾਂਝ ਤਾਂ ਜ਼ਰੂਰ ਕਰ ਸਕਦੇ ਹੋ। ਪਰ ਸਭ ਆਪਾਂ ਸੁਰਿੰਦਰ ਸ਼ਿੰਦਾ ਜੀ ਦਾ ਵੈਸੇ ਤਾਂ ਭਾਵੇਂ ਆਪਾਂ 3-4 ਘੰਟੇ ਗੱਲ ਕਰੀਏ ਤਾਂ ਵੀ ਥੋੜ੍ਹਾ ਸਮਾਂ ਜੀ, ਪਰ ਜ਼ਰੂਰ ਸਾਡੇ ਦਰਸ਼ਕ ਵੀ ਜਾਣਨਾ ਚਾਹਣਗੇ, ਤੁਸੀਂ ਉਹਨਾਂ ਦੇ ਬਹੁਤ ਨੇੜੇ ਵੀ ਰਹੇ ਹੋ, ਤੁਸੀਂ ਬਹੁਤ ਸਮੇਂ ਉਹਨਾਂ ਦੀਆਂ ਇੰਟਰਵਿਊਆਂ ਵੀ ਕੀਤੀਆਂ ਨੇ। ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦਾ ਪਰਿਵਾਰਕ ਤੌਰ 'ਤੇ ਕੋਈ ਇਸ ਲਾਈਨ 'ਚ ਨਹੀਂ ਸੀ, ਠੀਕ ਹੈ ਜੀ। ਤੇ ਫਿਰ ਉਹ ਤਾਂ ਉਹਨਾਂ ਦਾ ਫਿਰ ਗਾਉਣ ਦਾ ਸੁਭਾਅ ਕਿਵੇਂ ਬਣਿਆ, ਤੇ ਦੂਜਾ ਉਦੋਂ ਬਾਅਦ ਜਿਹੜਾ ਸੀ ਉਹਨਾਂ ਦਾ ਓਪੇਰਾ ਜਿਉਣੇ ਮੋੜ ਦੀ ਖਾਸ ਤੌਰ 'ਤੇ ਗੱਲ ਕਰੀਏ ਤਾਂ ਉਹਦਾ ਸੁਭਾਅ ਕਿਵੇਂ ਬਣਿਆ ਸੀ, ਉਹ ਕਿਵੇਂ ਹੋਣ ਦੇ ਵਿੱਚ ਆਇਆ ਸੀ? ਇਹ 2-3 ਚੀਜ਼ਾਂ ਸਾਡੇ ਦਰਸ਼ਕਾਂ ਨੂੰ ਕਰ ਦਿਓ। ਦੇਖੋ, ਜਿੱਥੋਂ ਭਮਰਾ ਸਾਹਿਬ ਅਕਸਰ ਜਸਵੰਤ ਭਮਰਾ ਜੀ ਨਾਲ, ਕਿਉਂਕਿ ਵੀ ਮੇਰੀ ਕਾਫੀ ਨੇੜਤਾ ਰਹੇ, ਉਹ ਸੁਰਿੰਦਰ ਸ਼ਿੰਦਾ ਜੀ ਨੂੰ ਸਭ ਤੋਂ ਵੱਧ ਘੂਰਿਆ ਉਹਨਾਂ ਨੇ। ਅੱਛਾ ਜੀ। ਤੇ ਸਭ ਤੋਂ ਵੱਧ ਪਿਆਰ ਕੀਤਾ ਸੁਰਿੰਦਰ ਸ਼ਿੰਦਾ ਜੀ ਨੂੰ ਜੀ। ਸਭ ਤੋਂ ਵੱਧ ਹਵਾਲੇ ਭਮਰਾ ਜੀ ਨੇ ਸੁਰਿੰਦਰ ਸ਼ਿੰਦੇ ਦੇ ਦਿੱਤੇ ਆ ਵੀ ਪ੍ਰਾਪਤੀਆਂ ਜੀ ਜੇ ਸਿਖਰ ਦੇਖਣੀ ਹੋਵੇ ਕਦੇ ਕਦੇ ਸੁਰਿੰਦਰ ਸ਼ਿੰਦੇ ਨੂੰ ਵੇਖਿਆ ਕਰੋ ਜੀ। ਅਸਲ 'ਚ ਸ਼ਿੰਦਾ ਜੀ ਆਪ ਵੀ ਕਹਿੰਦੇ ਹੁੰਦੇ ਸੀ ਕਿ ਗਾਇਕੀ ਨੂੰ, ਸੰਗੀਤ ਦਾ ਅਸਲ 'ਚ ਪੈਸੇ ਨਾਲ ਕੋਈ ਸੰਬੰਧ ਨਹੀਂ ਜੀ। ਸੰਗੀਤ ਨੂੰ ਵਪਾਰਕ ਜਿਹੜਾ ਉਹ ਨਹੀਂ ਬਣਾਉਣਾ ਚਾਹੀਦਾ। ਸੰਗੀਤ ਸਾਧਨਾ ਦਾ ਨਾਂ ਆ ਤੇ ਸੰਘਰਸ਼ ਦਾ ਨਾਂ ਆ ਜੀ। ਇਸੇ ਕਰਕੇ ਜਿਹੜਾ ਤੁਸੀਂ ਕਿਹਾ ਕਿ ਉਹਨਾਂ ਦਾ ਪਿਛੋਕੜ ਨਾ ਹੁੰਦਿਆਂ ਹੋਇਆ ਵੀ ਸੁਰਿੰਦਰ ਸ਼ਿੰਦੇ ਦੀ ਇੱਕ ਸਾਧਨਾ ਸੀ ਜੀ। ਹੁਣ ਵੀ ਉਹ ਜਦੋਂ ਤੁਸੀਂ ਅਕਸਰ ਦੇਖਦੇ ਆ ਕਿ ਇੱਥੇ ਆਪਾਂ ਹੁਣ ਵੀ ਵੇਖ ਰਹੇ ਸੀਗੇ ਕਿ ਉਹ ਆਪ ਹਾਰਮੋਨੀਅਮ ਖੋਲ ਕੇ ਹਾਂਜੀ ਆਪ ਸਾਰਾ ਕੁਝ ਕਰਨ ਲੱਗ ਪੈਂਦੇ ਸੀ। ਇਸ ਧਾਰਨਾ ਚੋਂ, ਇਸ ਸੋਚ ਚੋਂ, ਇਸ ਸਟਰਗਲ ਚੋਂ ਸੁਰਿੰਦਰ ਸ਼ਿੰਦਾ ਨਿਕਲਿਆ ਔਰ ਸਫਲ ਨਹੀਂ, ਮੁਕੰਮਲ ਗਵਈਆ ਬਣਿਆ। ਬਿਲਕੁਲ ਬਿਲਕੁਲ। ਦੂਜੀ ਗੱਲ ਜਿਹੜੀ ਜਿਉਣਾ ਮੋੜ ਵਾਲੀ ਹੈ, ਮੈਂ ਗੱਲ ਕਹਾਂਗਾ ਕਿ ਜਿਉਣਾ ਮੋੜ ਇੱਕ ਇਤਿਹਾਸ ਹੈ। ਇਹ ਅਕਸਰ ਕਹਿੰਦੇ ਸੀ ਵੀ ਜਿਉਣਾ ਮੋੜ ਜਿਉਂਦੇ ਜੀ ਸ਼ਾਇਦ ਇੰਨਾ ਪ੍ਰਸਿੱਧ ਨਹੀਂ ਸੀ, ਪ੍ਰਸਿੱਧ ਨਹੀਂ ਹੋਏਗਾ ਬਿਲਕੁਲ ਜਿੰਨਾ ਸੁਰਿੰਦਰ ਸ਼ਿੰਦਾ ਜਿਉਣਾ ਮੋੜ ਗਾ ਕੇ ਪ੍ਰਸਿੱਧ ਹੋ ਗਿਆ ਤੇ ਮੁੜ ਕੇ ਜਿਉਣਾ ਮੋੜ ਜਿਹੜਾ ਨਾਇਕ ਲੋਕਾਂ ਨੂੰ ਨਾਇਕ ਬਣ ਗਿਆ। ਹਾਲਾਂਕਿ ਫਿਲਮਾਂ ਵੀ ਬਹੁਤ ਆਈਆਂ ਨੇ, ਪਰ ਜੋ ਉਹਦਾ ਮੁਕਾਬਲਾ ਹਜੇ ਵੀ ਨਹੀਂ ਕੋਈ ਕਰ ਸਕੀ ਫਿਲਮ ਜਦੋਂ ਨਾ ਓਪੇਰੇ ਦਾ। ਜਦੋਂ ਕਿਸੇ ਲੋਕ ਕਿਸੇ ਗਾਏ ਜਾਂਦੇ ਸੀ, ਸ਼ਿੰਦੇ ਨੇ ਗਾਇਆ ਵੀ ਜਿਉਣੇ ਮੋੜ ਨੇ ਲੁੱਟੀਆਂ ਤੀਆਂ ਲੌਂਗੋਵਾਲ ਦੀਆਂ। ਅੱਛਾ, ਕੀ ਸੀਗਾ ਕਿ ਉਹਨਾਂ ਦਿਨਾਂ 'ਚ ਫਿਲਮ ਆਈ ਸ਼ੋਲੇ ਜੀ। ਸ਼ੋਲੇ 'ਚ ਸਾਰਿਆਂ ਨੂੰ ਪਤਾ, ਸਾਰਿਆਂ ਨੇ ਲਗਭਗ ਮੋਸਟ ਨਵੀਂ ਪੀੜ੍ਹੀ ਨੇ ਵੀ ਵੇਖੀ ਆ ਵੀ ਉਹਦੇ 'ਚ ਗੱਬਰ ਸਿੰਘ ਦਾ ਰੋਲ ਬੜਾ ਕਾਮਯਾਬ ਸੀਗਾ ਤੇ ਉਹਦੇ 'ਚ 2-3 ਡਾਇਲੌਗ ਸੀ, ਅਬ ਤੇਰਾ ਕਿਆ ਬਣੇਗਾ ਕਾਲੀਆ ਜੀ, ਕਿਤਨੇ ਆਦਮੀ ਥੇ ਜੀ, ਇੱਦਾਂ ਦੇ ਡਾਇਲੌਗ ਸੀਗੇ। ਤੇ ਜ਼ਹੀਰ ਅਹਿਮਦ, ਕਿਉਂਕਿ ਮੈਂ ਛੋਟੀ ਉਮਰ 'ਚ HMB ਨਾਲ ਜੁੜ ਗਿਆ, ਜ਼ਹੀਰ ਅਹਿਮਦ ਬੜਾ ਸਖਤ ਮੈਨੇਜਰ ਸੀਗਾ ਪਰ ਮੇਰੇ ਨਾਲ ਨੇੜਤਾ ਰਹੀ ਜੀ। ਉਹਦਾ ਇੱਕ ਆਈਡੀਆ ਸੀਗਾ ਕਿ ਸ਼ੋਲੇ ਫਿਲਮ ਵਰਗਾ ਕੋਈ ਕਿਰਦਾਰ ਪੰਜਾਬੀ 'ਚੋਂ ਚੁਣ ਕੇ ਪੰਜਾਬੀ ਸੰਗੀਤ 'ਤੇ ਤਜਰਬਾ ਕੀਤਾ ਜਾਵੇ। ਦੇਵ ਥਰੀਕਿਆਂ ਵਾਲੇ ਨੇ ਜਿਉਣਾ ਮੋੜ ਲਿਖਿਆ। ਅੱਛਾ ਜੀ। ਸੁਰਿੰਦਰ ਸ਼ਿੰਦੇ ਨੇ ਗਾਇਆ। ਇਹ ਤਾਂ ਜ਼ਹੀਰ ਨੂੰ ਵੀ ਸੀਗਾ ਵੀ ਇਹ ਕੋਈ ਖਾਸ ਵੰਨਗੀ ਆ, ਇਹ ਕਮਾਲ ਹੋਏਗੀ, ਪਰ ਇੰਨੀ ਕਮਾਲ ਹੋਏਗੀ ਇਹ ਸ਼ਿੰਦੇ ਨੂੰ ਤੇ ਸ਼ਾਇਦ ਜ਼ਹੀਰ ਨੂੰ ਵੀ ਨਹੀਂ ਪਤਾ ਸੀਗਾ। ਜੇ ਤੁਸੀਂ ਉਹ 'ਚ ਦੇਖੋਗੇ ਕਿ ਨਿਕਲੋ ਬਾਹਰ ਡੋਗਰਾ, ਹੁਣ ਤੇਰਾ ਕੀ ਬਣੂ ਡੋਗਰਾ, ਸ਼ੋਲੇ ਫਿਲਮ ਨਾਲ ਮਿਲਦੇ ਜੁਲਦੇ। ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਅੱਛਾ, ਉਹਦੇ ਵਿੱਚ ਜਿਉਣਾ ਮੋੜ 'ਚ ਦੂਜੀ ਖਾਸ ਗੱਲ ਇਹ ਸੀ, ਜੇ ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ, ਜਿਉਣਾ ਮੋੜ ਸ਼ਰਤਲ ਚੜਾਉਣ ਚੱਲਿਆ, ਡੋਗਰੀ ਵਾਲਾ ਗੁਲਸ਼ਨ ਕੋਮਲ ਨੇ ਗਾਇਆ। ਉਸ ਜਿਉਣਾ ਮੋੜ LP ਦੇ ਜਿੰਨੇ ਗੀਤ ਸੀ ਉਹ ਸਾਰੇ ਹਿੱਟ ਰਹੇ। ਅੱਛਾ, ਉਸ ਤੋਂ ਬਾਅਦ ਜਿਹੜਾ ਇੱਕ ਸ਼ਿੰਦਾ ਉਦੋਂ ਉਹਦੇ 'ਚੋਂ ਨਿਕਲ ਕੇ ਆਇਆ ਕਿ ਸ਼ਿੰਦੇ ਦੀ ਉਸ ਵਿੱਚ LP 'ਚ ਜਿਹੜੀ ਡਾਇਲੌਗ ਡਿਲੀਵਰੀ ਸੀ ਜੀ ਉਹ ਕਮਾਲ ਦੀ ਸੀ। ਅਸੀਂ ਅਸਲ 'ਚ ਉਹ ਸ਼ਿੰਦਾ ਵੀ ਇੱਕ ਜਿਹੜਾ ਅਦਾਕਾਰੀ ਪੱਖੋਂ ਕਾਮਯਾਬ ਹੋਣ ਦਾ ਆਧਾਰ ਜਿਉਣਾ ਮੋੜ ਸੀ। ਜਿਉਣਾ ਮੋੜ ਨੇ ਪੁੱਤ ਜੱਟਾਂ ਦੀ ਫਿਲਮ ਵੱਲ ਸ਼ਿੰਦੇ ਨੂੰ ਲਿਆਂਦਾ, ਜਿਉਣਾ ਮੋੜ ਨੇ ਸਿਖਰ ਦਿਖਾਈ। ਜਿਉਣਾ ਮੋੜ ਦਾ ਜਿਹੜਾ ਅੱਜ ਤੱਕ ਰਿਕਾਰਡ ਹੈ ਉਹ ਬਣਿਆ ਹੋਇਆ, ਤੇ ਜਿਉਣਾ ਮੋੜ ਦਾ ਰਿਕਾਰਡ ਕਿਸੇ ਤੋਂ
ਟੁੱਟਣਾ ਨਹੀਂ। ਹਾਂ, ਮੈਨੂੰ ਯਾਦ ਆ ਵੀ ਸਪੀਕਰਾਂ ਦੇ ਵਿੱਚ ਮਤਲਬ ਪੂਰੇ ਦਾ ਪੂਰਾ ਓਪੇਰਾ ਚੱਲਦਾ ਹੁੰਦਾ ਸੀ ਵਿਆਹਾਂ ਸ਼ਾਦੀਆਂ 'ਚ ਵੀ ਸਪੀਕਰਾਂ 'ਚ ਲਾ ਕੇ, ਤੇ ਉਹ ਲੋਕ ਦੂਰ ਦੂਰ ਬੈਠੇ ਉਹ ਸੁਣਦੇ ਹੁੰਦੇ ਸੀ ਸਾਰੇ। ਨਹੀਂ, ਉਹ ਫਿਲਮ ਲੱਗਦੀ ਸੀ, ਫਿਲਮ ਲੱਗਦੀ ਲੋਕਾਂ ਨੂੰ ਇੱਕ ਫਿਲਮ ਲੱਗੀ ਹੈ ਜਦੋਂ ਆਪਾਂ ਕਿਉਂ ਆਡੀਓ ਸੁਣਦੇ। ਔਰ ਇਹਦੇ ਤੋਂ ਬਾਅਦ ਹੀ ਇਸੇ ਕਨਸੈਪਟ ਤੋਂ ਬਾਅਦ ਜੱਟ ਮਿਰਜ਼ਾ ਕਰ ਲਾਂਦਾ ਤੇ ਸ਼ਹੀਦ ਭਗਤ ਸਿੰਘ ਸ਼ਹੀਦ ਭਗਤ ਸਿੰਘ ਆਏ ਸੀ। ਕੱਲ੍ਹ ਨਾਲ ਲੈ ਲਈ, ਕੱਲ੍ਹ ਕਾਫੀ ਦੇਰ ਦੀਆਂ ਹੋੜ ਨੇ। ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਰਦਾਰ ਜਗਤਾਰ ਸਿੰਘ ਜੀ ਤੇ ਭੌਰਾ ਸਾਹਿਬ, ਤੁਹਾਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਜੀ ਅਕਾਲ। ਸਤਿ ਸ਼੍ਰੀ ਅਕਾਲ। ਅਸੀਂ ਕੱਲ ਵੀ ਗੱਲ ਕੀਤੀ ਸੀ ਸੁਰਿੰਦਰ ਸ਼ਿੰਦਾ ਬਾਰੇ। ਹਾਂਜੀ, ਪਰਸੋਂ ਦੇਖੋ ਪਰਸੋਂ, ਹਾਂਜੀ, ਜਦੋਂ ਬਹੁਤ ਦੁੱਖ ਹੋਇਆ ਸੁਣ ਕੇ, ਕਿਉਂਕਿ ਉਹਨਾਂ ਨੂੰ ਪੈਂਟੈਕਸ ਹੋ ਗਿਆ ਜੀ। ਇਹ ਜੀ ਖਤਰਨਾਕ ਬਿਮਾਰੀ ਹੈ ਜਿਹਦੇ ਨਾਲ ਅਪੈਂਡਿਕਸ ਸਰੀਰ ਦੇ ਅਪੈਂਡਿਕਸ ਨਹੀਂ ਸੀ ਧੀਰ ਸਾਹਿਬ, ਫੂਡ ਦਾ ਕੋਈ ਹੋਇਆ, ਕੋਈ ਨਾੜੀ 'ਚ ਫਸ ਗਿਆ ਕੋਈ ਸੀ। ਪ੍ਰੋਬਲਮ। ਹਾਂ, ਫੂਡ ਪਾਈਪ। ਹਾਂਜੀ, ਉਹ ਫਿਰ ਉਹਦੇ ਨਾਲ ਉਹ ਫਿਰ ਫਟ ਗਈ ਨਾ ਨਾੜੀ, ਤੇ ਫਿਰ ਤੇ ਸਾਰੇ ਸਰੀਰ ਦੇ ਵਿੱਚ ਜ਼ਹਿਰ ਫੈਲ ਜਾਂਦਾ ਇਹਦੇ ਨਾਲ। ਤੁਹਾਡਾ ਤੁਸੀਂ ਉਹਨਾਂ ਨੂੰ ਮੁਲਾਕਾਤ ਦਾ ਮਿਲਿਆ ਮੌਕਾ ਕਦੇ? ਹਾਂਜੀ, ਮੈਂ ਇੱਥੇ ਉਹਨਾਂ ਦਾ ਸ਼ੋਅ ਵੀ ਦੇਖਿਆ ਸੀ। ਦੇਖੋ ਕਿੰਨੇ ਸੋਹਣੇ ਉੱਚੇ ਲੰਬੇ ਜਵਾਨ ਸੀ, ਚੌੜੀ ਛਾਤੀ। ਉਹਨਾਂ ਨੇ ਇੱਥੇ ਸ਼ੋਅ ਦਿੱਤਾ ਚਾਦਰਾ ਲਾ ਕੇ ਤੇ ਸ਼ਮਲੇ ਵਾਲੀ ਪੱਗ ਬੰਨ੍ਹ ਕੇ। ਹਾਂਜੀ, ਤੇ ਉੱਥੇ ਲੁਧਿਆਣੇ ਵੀ ਮੈਂ ਆਪਣੇ ਇੱਕ ਦੋ ਰਿਸ਼ਤੇਦਾਰ ਦੇ ਨਾਲ ਇਹਨਾਂ ਦੇ ਘਰ ਗਿਆ ਸੀ, ਤੇ ਉੱਥੇ ਇਹਨਾਂ ਨੇ ਬਹੁਤ ਸ਼ਾਨਦਾਰ ਸਵਾਗਤ ਕੀਤਾ, ਬੜੀ ਆਓ ਭਗਤ ਕੀਤੀ, ਚਾਹ ਰੱਖੀ ਤੇ ਮਠਿਆਈ। ਮੈਂ ਕਿਹਾ ਭਾਜੀ ਮੈਂ ਮਠਿਆਈ ਤਾਂ ਮੈਂ ਇਕੱਠੇ ਖਾਣਾ। ਉਹਨਾਂ ਕਹਿੰਦਾ ਨਹੀਂ ਕੋਈ ਗੱਲ ਨਹੀਂ, ਛੋਟੇ ਵੀ ਖਾ ਲਾ ਤੂੰ, ਕੋਈ ਗੱਲ ਨਹੀਂ। ਮੈਂ ਖਾ ਲਈ। ਹਾਂਜੀ, ਉਹਨੇ ਮੇਰੇ ਨਾਲ ਦੇ ਨੇ ਵੀ ਖਾਧੀ, ਬਹੁਤ ਸਵਾਗਤ ਕੀਤਾ। ਹੁਣ ਮੈਂ ਇੱਕ ਹੋਰ ਖਬਰ ਇੱਦਾਂ ਦੀ ਦੱਸਦਾ ਤੁਹਾਨੂੰ, ਸ਼ਾਇਦ ਔਰਾ ਸਾਹਿਬ ਪਤਾ ਹੋਵੇ, ਸਾਡੇ ਇੱਥੇ ਟਰਾਂਟੋ ਦੇ ਏਰੀਏ ਵਿੱਚ ਇੱਕ ਸੁਰ ਸਾਗਰ ਰੇਡੀਓ ਪ੍ਰੋਗਰਾਮ ਤੇ ਟੈਲੀਵਿਜ਼ਨ ਪ੍ਰੋਗਰਾਮ ਆਉਂਦਾ ਜੀ। ਉਹਨਾਂ ਦੇ ਜਿਹੜੇ ਕਰਤਾ ਧਰਤਾ ਸੀ ਰਵਿੰਦਰ ਪੰਨੂ, ਉਹ ਜਿਹੜੇ ਇੰਡੀਆ ਦੇ ਵਿੱਚ ਨਵਾਂ ਦੀਵਾਨਾਂ ਦੇ ਵਿੱਚ ਲੇਖ ਲਿਖਦੇ ਨੇ ਤੇ ਰਾਜਨੀਤਿਕ ਲੇਖ ਵੀ ਨੇ। ਆਪਾਂ ਤੇ ਧੀਰ ਸਾਹਿਬ ਇਸ ਆਪਾਂ ਮੇਰੇ ਖਿਆਲ ਫਿਰ ਗੱਲ ਕਰ ਲਈਏ, ਸਮਾਂ ਬਹੁਤ ਥੋੜਾ ਬ੍ਰੇਕ ਜਿਹੜੀ ਹੈ ਡਿਟੇਲ ਦੇ ਵਿੱਚ ਇਹਦੀ ਗੱਲ ਹੋਣੀ ਨਹੀਂ, ਆਪਣੇ ਕੋਲ ਬ੍ਰੇਕ ਦਾ ਸਮਾਂ ਹੋ ਗਿਆ। ਬਹੁਤ ਮਿਹਰਬਾਨੀ ਤੁਹਾਡੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੱਗੀ ਜੀ, ਮੈਂ ਗੁਰਦੇਵ ਢੀਂਸਾ ਲਾਸ ਐਂਜਲਸ ਤੋਂ। ਹਾਂਜੀ, ਠੀਕ ਹੈ। ਹਾਂਜੀ, ਆ ਭੌਰਾ ਸਾਹਿਬ ਹੋਣੀ ਬਹੁਤ ਉਹਨਾਂ ਸੁਰਿੰਦਰ ਸ਼ਿੰਦਾ ਦੇ ਬਾਰੇ ਜਾਣਕਾਰੀ ਦੇ ਰਹੇ ਆ, ਤੇ ਮੈਂ ਵੀ ਦੋ ਲੈਣਾ ਸ਼ਿੰਦੇ ਹੁਣ ਬਾਰੇ ਕਹਿ ਰਿਹਾ। ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਗੀਤ ਸ਼ਿੰਦੇ ਦੇ ਸਾਡੇ ਕਦੇ ਦਿਲਾਂ 'ਚ ਹੋਣ ਨਾ ਵੱਖਰੇ। ਬਿਲਕੁਲ ਬਿਲਕੁਲ ਸਾਹਿਬ, ਥੈਂਕ ਯੂ, ਤੁਹਾਡਾ ਬਹੁਤ ਮਿਹਰਬਾਨੀ। ਪ੍ਰੋਗਰਾਮ ਦਾ ਆਖਰੀ ਸਮਾਂ ਤੇ ਇਹਦੇ ਵਿੱਚ ਗੱਲਬਾਤ ਅੱਗੇ ਤੋਰਦੇ ਹਾਂ। ਭੌਰਾ ਸਾਹਿਬ, ਸ਼ਿੰਦਾ ਜੀ ਦੀ ਗੱਲ ਜੇ ਕਰੀਏ ਤਾਂ ਸਮਾਂ ਆਪਣੇ ਕੋਲ ਥੋੜ੍ਹਾ ਹੀ ਹੈ, 5 ਮਿੰਟ ਹੀ ਹੈ, ਤੇ ਤੁਸੀਂ ਉਹਨਾਂ ਨਾਲ ਬਹੁਤ ਜ਼ਿਆਦਾ ਵਿਚਰੇ ਹੋ। ਕੋਈ ਉਹਨਾਂ ਦੀ ਖਾਸ ਗੱਲ ਜਿਹੜੀ ਸਾਡੇ ਦਰਸ਼ਕਾਂ ਨੂੰ ਨਾ ਪਤਾ ਹੋਵੇ ਤੇ ਉਹ ਸਾਂਝੀ ਕਰਨੀ ਚਾਹੋ? ਜਿਹੜੀ ਮੈਂ ਨਾ ਪਹਿਲਾਂ ਗੱਲ ਕਹਿ ਕੇ ਰਿਹਾ ਜੱਗੀ ਜੀ ਵੀ ਜਦੋਂ ਨਾ ਬੰਦਾ ਹਾਰ ਮੰਨ ਲਵੇ ਉਦੋਂ ਬੰਦਾ ਹਾਰ ਜਾਂਦਾ ਜੀ। ਹਾਲੇ ਵੀ ਉਹ ਹੁਣੇ ਗੱਲ ਕਹਿ ਰਹੇ ਸੀਗੇ ਕਿ ਸੁਖਜਿੰਦਰ ਸ਼ਿੰਦੇ ਹੋਰਾਂ ਨਾਲ ਇੱਕ ਗੀਤ ਰਿਕਾਰਡ ਕਰਨਾ ਹੈ ਨਾ ਜੀ। ਇਹ ਜਿਹੜਾ ਸੁਰਿੰਦਰ ਸ਼ਿੰਦਾ ਆਪਣੇ ਆਪ ਨੂੰ ਹਮੇਸ਼ਾ ਜਵਾਨ, ਉਹ ਫਿੱਟ ਹੀ ਨਹੀਂ ਰੱਖਦੇ ਸੀ, ਉਹ ਵੀ ਸੋਚਦੇ ਕਿ ਮੈਂ ਜਵਾਨ ਰਵਾਂ ਤੇ ਉਹ ਸ਼ਿੰਦਾ ਜਿਉਂਦਾ ਰਹੇ, ਜਿਹੜਾ ਮੈਂ ਸ਼ਿੰਦਾ ਲੈ ਕੇ ਆਇਆ ਸੀਗਾ। ਦੂਸਰੀ ਜਿਹੜੀ ਇੱਕ ਖਾਸ ਗੱਲ ਸੁਰਿੰਦਰ ਸ਼ਿੰਦੇ ਦੀ ਰਹੀ ਹੈ ਜੀ ਕਿ ਉਹਨਾਂ ਦਾ ਮਿਲਵਰਤਨ ਪੱਖੋਂ, ਚਾਹੇ ਮੀਡੀਆ ਦਾ ਖੇਤਰ ਸੀ, ਚਾਹੇ ਕੋਈ ਹੋਰ ਖੇਤਰ ਸੀਗੇ, ਉਹਨਾਂ ਨੇ ਕਦੀ ਆਪਣੇ ਮਿੱਤਰਾਂ ਦੋਸਤਾਂ ਦਾ ਘੇਰਾ ਸੀਮਤ ਨਹੀਂ ਕੀਤਾ ਸੀ। ਇੱਕ ਜਿਹੜੀ ਮੈਂ ਖਾਸ ਗੱਲ ਸ਼ਾਇਦ ਹੋਰ ਗਾਇਕਾਂ 'ਚੋਂ ਨਾ ਵੀ ਲੱਭੇ ਵੀ ਜਦੋਂ ਜੈਂਕੀ ਲਵ ਯੂ ਆਏ, ਹਾਂਜੀ, ਉਦੋਂ ਸ਼ਿੰਦੇ ਨੇ ਸਿਖਰ ਬਣਾਈ। ਹਾਂ, ਉਹ ਦੇਖੋ ਬਿਲਕੁਲ ਯੰਗ ਜਨਰੇਸ਼ਨ ਵਾਸਤੇ ਸੀ, ਯੰਗ ਜਨਰੇਸ਼ਨ। ਉਦੋਂ ਨਾ ਆਪਾਂ ਕਹਿੰਦੇ ਸੀਗੇ ਵੀ ਪੰਮੀ ਬਾਈ ਤੋਂ ਬਾਅਦ, ਸਰਦੂਲ ਤੋਂ ਬਾਅਦ ਇੱਕ ਨੱਚਣ ਟੱਪਣ ਦਾ, ਕੀ ਐਸ ਕੰਗ ਤੋਂ ਬਾਅਦ ਨੱਚਣ ਟੱਪਣ ਵਾਲੇ ਗੀਤਾਂ ਦਾ ਦੌਰ ਸ਼ੁਰੂ ਹੋਇਆ। ਗਿੱਧਿਆਂ ਦੀ ਰਾਣੀ ਨੇ ਗਿੱਧੇ ਵਿੱਚ ਆ, ਫਿਰ ਸਰਦੂਲ ਲੈ ਕੇ ਆਇਆ, ਪੱਟੇ ਗਏ ਨਹੀਂ ਮੁੰਡੇ ਤੇਰੇ ਨਹੀਂ ਪਿਆਰ ਦੇ। ਇਸ ਲਾਈਨ 'ਚ ਇੱਕ ਸਿਖਰ ਸੁਰਿੰਦਰ ਸ਼ਿੰਦੇ ਨੇ ਸਰਜੀ ਆ, ਜੈਂਕੀ ਲਵ ਯੂ ਕਰਦੇ। ਹਾਂਜੀ, ਅੱਛਾ, ਮਜਾਜਾ ਪੱਟੀ ਦੇ ਆਏ ਕਿਧਰੋਂ ਸ਼ਕੀਨ ਸ਼ਾਇਦ। ਹਾਂਜੀ, ਇਹ ਜਿਹੜੀ ਤੁਹਾਡਾ ਸਵਾਲ ਨਾਲ ਮੈਂ ਜੋੜਨ ਲੱਗਾ, ਜਦੋਂ ਆਇਆ ਨਾ ਜਿਹੜਾ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, ਨਹੀਂ ਬਾਬਿਆਂ ਦੇ ਚੱਲ ਚਲੀਏ ਜੀ, ਇੱਕ ਸ਼ਿੰਦਾ ਉਦੋਂ ਸਿਖਰ ਸਿੱਜ ਗਿਆ। ਬਿਲਕੁਲ, ਉਹਦੀ ਖਾਸੀਅਤ ਇਹ ਸੀ ਕਿ ਉਹ ਜਦੋਂ ਵੀ ਵਕਤ ਮਿਲਦਾ ਸੀ, ਜਿੰਨਾ ਕੁ ਮੈਨੂੰ ਪਤਾ ਹੈ,
ਉਹ ਇਹ ਸੋਚਦਾ ਰਹਿੰਦਾ ਸੀਗਾ ਕਿ ਬਾਕੀਆਂ ਤੋਂ ਵੱਖਰਾ ਕੀ ਕਰਨਾ। ਬਿਲਕੁਲ ਜੇ ਤੁਸੀਂ ਦੇਖੋਗੇ ਕਿ ਜਿਣਾ ਮੋੜ ਦਾ ਗ੍ਰਾਫ, ਇੱਕ ਦੁਆਣਿਆਂ ਦਾ ਗ੍ਰਾਫ, ਇੱਕ ਪੁੱਤ ਜੱਟਾਂ ਦੇ ਦਾ ਗ੍ਰਾਫ, ਇੱਕ ਜਿਹੜਾ ਫਿਲਮਾਂ ਵਾਲਾ, ਜਿਹੜਾ ਬਾਕੀ ਫਿਲਮਾਂ ਵਾਲਾ ਗ੍ਰਾਫ, ਇੱਕ ਗ੍ਰਾਫ ਸੁਰਿੰਦਰ ਸ਼ਿੰਦਾ ਨੇ ਇਹ ਬਣਾਇਆ ਕਿ ਰੁਕ ਰੁਕ ਕੇ ਜਿਹੜੀ ਕਹਿੰਦੇ ਆ ਚੜ੍ਹਾਈ ਕੀਤੀ ਆ ਉਹ ਜੈਕੀ ਲਵ ਨਾਲ ਵੀ ਸੀਗੀ, ਤੇ ਨੰਬਰ 2 ਤੇ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਜੀ। ਤੇ ਇੱਕ ਅਸੀਂ ਜ਼ਰੂਰ ਗੱਲ ਕਰਨੀ ਚਾਹਾਂਗੇ, ਜਿਵੇਂ ਮੈਂ ਚਮਕੀਲਾ ਜੀ ਦੀ ਪਹਿਲੀ ਪਤਨੀ ਜਿਹੜੀ ਉਹਨਾਂ ਦੀ ਸੁਣ ਰਿਹਾ ਸੀ ਗੱਲਬਾਤ ਕਹਿੰਦੇ ਵੀ ਸਾਡਾ ਬਹੁਤ ਆਸਰਾ ਸੀ ਸਾਨੂੰ ਉਹਨਾਂ ਦਾ, ਇਸ ਤਰ੍ਹਾਂ ਵੀ ਬਹੁਤ ਸੀਗੇ, ਸੋਸ਼ਲ ਉਹ ਕਾਫੀ ਸੀਗੇ, ਤੇ ਪਰ ਉਹਨਾਂ ਦਾ ਕੋਈ ਨਿੱਜੀ ਕੋਈ ਜ਼ਿੰਦਗੀ ਦਾ ਕੋਈ ਤਜਰਬਾ ਕੋਈ ਸਾਂਝਾ ਕਰਨਾ ਚਾਹੂੰ ਦਰਸ਼ਕਾਂ ਨਾਲ, ਜਿਹੜਾ ਗਾਇਕੀ ਤੋਂ ਹਟ ਕੇ? ਦੇਖੋ, ਗਾਇਕੀ ਤੋਂ ਹਟ ਕੇ ਮੈਂ ਉਹਨਾਂ ਨੇ ਇੱਕ ਨਾ ਜਿਹੜੀਆਂ ਪਰਿਵਾਰਕ ਜ਼ਿੰਮੇਵਾਰੀਆਂ ਹਰੇਕ ਬੰਦਾ ਨਿਭਾਉਂਦਾ। ਸੁਰਿੰਦਰ ਸ਼ਿੰਦਾ ਅਕਸਰ ਕਹਿੰਦਾ ਸੀਗਾ ਕਿ ਮੈਂ ਹੁਣ ਤਾਂ ਇਸ ਯੁੱਗ 'ਚ ਜਿਹੜੀਆਂ ਨਵੇਂ ਯੁੱਗ ਨਾਲ ਵੀ ਫਾਈਟ ਕਰਦਾ ਰਹਿਣਾ ਮਿਊਜ਼ਿਕ ਵਾਲੇ ਨਾਲ, ਕਿ ਮੈਂ ਆਪਣੇ ਪੁੱਤਰਾਂ ਨੂੰ ਤੇ ਆਪਣੀਆਂ ਧੀਆਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ, ਬਿਲਕੁਲ ਆਪਣਾ ਘਰ ਬਣਾ ਲਿਆ। ਤੇ ਗੱਲ ਇਹ ਹੋਰ ਬੜੀਆਂ ਯਾਦਾਂ ਨੇ, ਸਮਾਂ ਵੀ ਥੋੜਾ ਰਹਿ ਰਿਹਾ। ਮੈਂ ਇੱਕ ਗੱਲ ਜਿਹੜੀ ਮੇਰੇ ਜ਼ਿਹਨ 'ਚੋਂ ਨਾ ਨਿਕਲ ਜਾਵੇ, ਵੀ ਮੇਰੀ ਨਾ ਸ਼ਿੰਦੇ ਨਾਲ ਮਿਲਣ ਕਰਕੇ ਚਮਕੀਲੇ ਨਾਲ ਮੇਰਾ ਮੇਲ ਹੋਇਆ ਜੀ। ਚਮਕੀਲਾ ਮੈਨੂੰ ਜਦੋਂ ਹਿੱਟ ਹੋ ਗਿਆ ਤੇ ਮੈਨੂੰ ਚਮਕੀਲਾ ਕਹਿੰਦਾ ਵੀ ਯਾਰ ਉਸਤਾਦ ਜੀ ਨੂੰ ਕਿਤੇ ਕਿਤੇ ਕहीं ਵੀ ਸਾਡਾ ਵੀ ਜ਼ਿਕਰ ਕਰ ਦਿਆ ਕਰਨ। ਮੈਂ ਸ਼ਿੰਦਾ ਜੀ ਨੂੰ ਕਿਹਾ, ਮੈਂ ਕਿਹਾ ਚਮਕੀਲੇ ਦਾ ਵੀ ਜ਼ਿਕਰ ਕਰ ਦਿਆ ਕਰੋ। ਕਹਿੰਦਾ ਸ਼ਾਗਿਰਦ ਦਾ ਉਸਤਾਦ ਨਾਲੋਂ ਪਹਿਲਾਂ ਹੀ ਜ਼ਿਆਦਾ ਜ਼ਿਕਰ ਹੁੰਦਾ। ਕਹਿੰਦਾ ਮੇਰੇ ਕੋਈ ਲੋੜ ਨਹੀਂ ਰਹੀ ਕਰਨੇ ਦੀ ਜੀ। ਪਰ ਜਿਹੜਾ ਚਮਕੀਲੇ ਨੇ ਸੁਰਿੰਦਰ ਸ਼ਿੰਦੇ ਕੋਲ ਘੱਟ ਸਿੱਖਿਆ ਵੱਧ ਸਿੱਖਿਆ, ਪਰ ਚਮਕੀਲੇ ਨੇ ਜਿੰਨੀ ਸਤਿਕਾਰ ਜਿੰਨੀ ਵਡਿਆਈ ਸ਼ਿੰਦਾ ਜੀ ਨੂੰ ਦਿੱਤੀ ਹੈ ਆਪਣੀ ਸ਼ੋਹਰਤ ਵਿੱਚ ਵੀ, ਉਹ ਸ਼ਾਇਦ ਸ਼ਿੰਦਾ ਜੀ ਦੇ ਸੁਭਾਅ ਕਰਕੇ ਸੀ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੱਸ ਕੇ ਮਿਲਣਾ, ਸਤਿਕਾਰ ਨਾਲ ਮਿਲਣਾ। ਮੈਂ ਸਾਡੇ ਇੱਕ ਸਮਾਗਮ 'ਚ ਹਾਜ਼ਰ ਹੋਇਆ, ਢਾਡੀ ਦਰਬਾਰ ਹੋ ਰਿਹਾ ਸੀਗਾ, ਉਹ ਢਾਡੀ ਦਰਬਾਰ 'ਚ ਆ ਕੇ ਢਾਡੀਆਂ ਵਾਲਾ ਹੀ ਰੰਗ ਬੰਨ੍ਹ ਕੇ ਚਲ ਗਿਆ। ਸੋ ਇਸ ਕਰਕੇ ਸ਼ਿੰਦਾ ਜੀ ਦੇ ਕਈ ਰੰਗ ਜਿਹੜੇ ਆ ਉਹ ਸਾਡੇ ਨਾਲ ਜੁੜੇ ਰਹਿਣਗੇ। ਪਰ ਦੁੱਖ ਹੈ ਕਿ ਉਸ ਵੇਲੇ ਸਾਡਾ ਮਿੱਤਰ ਚਲਾ ਗਿਆ ਜਦੋਂ ਉਹਨੂੰ ਜਾਣਾ ਨਹੀਂ ਚਾਹੀਦਾ ਸੀ। ਹਲੇ ਪੰਜਾਬੀ ਗਾਇਕੀ 'ਚ ਸੁਰਿੰਦਰ ਸ਼ਿੰਦਾ ਦੀ ਬਹੁਤ ਲੋੜ ਸੀ। ਬਿਲਕੁਲ, ਬੇਸ਼ੱਕ ਜੀ ਉਹ ਚਲੇ ਗਏ ਨੇ ਸਾਡੇ ਕੋਲੋਂ ਸਰੀਰਕ ਤੌਰ ਤੇ, ਪਰ ਆਸਾ ਗੀਤ ਜਿਹੜੀ ਉਹਨਾਂ ਦੀ ਆਵਾਜ਼ ਆ ਤੇ ਉਹ ਮੇਰੇ ਖਿਆਲ ਸਦੀਆਂ ਤੱਕ ਰਹਿੰਦੀ, ਦੁਨੀਆ ਤੱਕ ਹੀ ਉਹ ਵੱਜਦੀ ਰਹਿ ਗਈ, ਕੰਨਾਂ ਦੇ ਵਿੱਚ, ਦਿਲਾਂ ਦੇ ਵਿੱਚ ਵੀ ਰਹੇਗੀ। ਅੱਛਾ, ਇੱਕ ਮੈਂ ਇਹ ਸਵਾਲ ਸ਼ਾਇਦ ਨਾਮ ਜਿਹੜਾ ਸੀ ਉਹਨਾਂ ਦਾ ਅਸਲੀ ਸੁਰਿੰਦਰਪਾਲ ਸਿੰਘ ਧੰਮੀ ਸੀ ਜਾਂ ਕੋਈ ਹੈ ਆਈਡੀਆ? ਨਹੀਂ, ਨਾਂ ਤੇ ਮੇਰੇ ਖਿਆਲ 'ਚ ਸੁਰਿੰਦਰਪਾਲ ਸਿੰਘ ਹੀ ਸੀਗਾ। ਹਾਂਜੀ, ਪਰ ਸੁਰਿੰਦਰਪਾਲ ਸਿੰਘ ਧੰਮੀ ਤੇ ਜਾਂ ਧਾਮੀ ਨਹੀਂ, ਮੈਂ ਇਹਦੇ ਬਾਰੇ ਕੋਈ ਇੰਡੋਰਸਮੈਂਟ ਨਹੀਂ ਕਰਦਾ। ਨਹੀਂ, ਮੈਂ ਲਿਖਿਆ ਹੀ ਪੜ੍ਹਿਆ ਕਿਤੇ ਗੂਗਲ ਵਗੈਰਾ ਤੇ। ਪਰ ਇਹ ਹੈਗਾ ਕਿ ਭਮਰਾ ਜੀ ਨਾਲ ਰਹਿ ਕੇ ਸ਼ਿੰਦਾ, ਅਸਲ 'ਚ ਨਾ ਸ਼ਿੰਦਾ ਸਾਡਾ ਆਮ ਘਰਾਂ 'ਚ ਇੱਕ ਨਾਂ ਆ, ਸ਼ਿੰਦਾ ਪੁੱਤ, ਜਿਹੜਾ ਬਹੁਤ ਚੰਗਾ ਘਰ 'ਚ ਕਿਰਦਾਰ ਹੋਵੇ, ਚੰਗਾ ਬੱਚਾ ਹੋਵੇ, ਉਹਨੂੰ ਆਪਾਂ ਕਹਿੰਦੇ ਮੇਰਾ ਸ਼ਿੰਦਾ ਪੁੱਤ ਹੈ। ਤੇ ਸ਼ਿੰਦਾ ਭਮਰਾ ਜੀ ਨੇ ਸਹੀ ਨਾਂ ਰੱਖਿਆ, ਤੇ ਇਹ ਸ਼ਿੰਦਾ ਨਾਂ ਜਿਹੜਾ ਹੈ ਪੰਜਾਬੀ ਗਾਇਕੀ 'ਚ ਸ਼ਿੰਦਾ ਬਣ ਕੇ ਗੁਜ਼ਰਿਆ ਉਹ। ਔਰ ਉਹਨੇ ਸ਼ਿੰਦੇ ਪੁੱਤ ਵਾਲੇ ਸਾਰੇ ਜਿਹੜੇ ਪੰਜਾਬ ਲਈ, ਪੰਜਾਬੀ ਜਵਾਨ ਲਈ ਉਹ ਫਰਜ਼ ਪੂਰੇ ਨਿਭਾਏ ਨੇ। ਇਹ ਸਾਡਾ ਮਾਣ ਰਹੇਗਾ। ਤੇ ਮੈਂ ਹੀ ਕਹੂੰਗਾ ਕਿ ਮਿੱਤਰਾ ਅਲਵਿਦਾ, ਇਹ ਕੋਈ ਭੁੱਲ ਚੁੱਕ ਮਾਫ ਕਰੀ, ਕਿਉਂਕਿ ਸਾਰਿਆਂ ਨੇ ਜਾਣਾ। ਤੂੰ ਮਤਲਬ ਮੈਂ ਤਾਂ ਕਹਿੰਦਾ ਕਿ ਇੱਦਾਂ ਲੱਗਦਾ ਨਹੀਂ ਸੀ ਜਿੱਦਾਂ ਹੋ ਗਿਆ ਜੱਗੀ ਜੀ। ਬਿਲਕੁਲ ਜੀ। ਤੇ ਮੈਂ ਇੱਕ ਲਾਸਟ ਗੱਲ ਕਿ ਤੁਸੀਂ ਸ਼ੀਸ਼ੇ ਮੂਹਰੇ ਖੜ੍ਹ ਕੇ ਵੇਖੋ, ਜੇ ਤੁਸੀਂ 17 ਦੇ ਹੋ ਤੇ ਜਵਾਨੀ ਯਾਦ ਕਰੋ ਕਿ ਤੁਸੀਂ ਜਵਾਨੀ ਵਾਲੇ ਹੁਣ ਨਹੀਂ, ਤੁਹਾਨੂੰ ਸ਼ੀਸ਼ਾ ਦੱਸ ਰਿਹਾ ਕਿ ਤੁਸੀਂ ਜਵਾਨ ਨਹੀਂ ਰਹੇ। ਇਸ ਕਰਕੇ ਸਿਰਫ ਦੁਨੀਆ ਨਹੀਂ ਬਦਲਦੀ, ਤੁਸੀਂ ਵੀ ਬਦਲ ਰਹੇ ਆ। ਪਰ ਇਸ ਬਦਲਦੇ ਦੌਰ 'ਚ ਸ਼ਿੰਦੇ ਦੀ ਗਾਇਕੀ ਦੇ ਰੰਗ ਕਦੇ ਨਹੀਂ ਬਦਲਗੇ, ਉਹ ਚੜੇ ਰਹਿਣਗੇ। ਬਿਲਕੁਲ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਖਤਮ ਹੈ ਤੇ ਸਾਡੇ ਦਰਸ਼ਕਾਂ ਕੋਲੋਂ ਮੁਆਫੀ ਚਾਹੁੰਦੇ ਆ। ਭੌਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਤੇ ਕੋਈ ਭੌਰਾ ਸਾਹਿਬ ਬਾਰੇ ਜਾਣਕਾਰੀ ਚਾਹੀਦੀ ਹੈ, ਇਹਨਾਂ ਦਾ ਫੋਨ ਨੰਬਰ ਚਾਹੀਦਾ ਤਾਂ ਮੈਨੂੰ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ WhatsApp ਨੰਬਰ ਤੇ ਮੇਰਾ ਸੈੱਲ ਨੰਬਰ 209-450-3362, ਕਿਤੇ ਵੀ ਕਿਸੇ ਵੀ ਗੱਲ ਵਾਸਤੇ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਜਿੱਥੇ ਮੈਂ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਉੱਥੇ ਭੌਰਾ ਸਾਹਿਬ ਤੁਹਾਡਾ ਵੀ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਮਿਹਰਬਾਨੀ। ਤੁਸੀਂ ਸਟੂਡੀਓ 'ਚ ਆਏ, ਬਹੁਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।